ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੱਖ ਨੂੰ ਗੁਰੂ ਦੇ ਨਾਲ ਜੋੜਨ ਲਈ, ਸਿੱਖ ਨੂੰ ਗੁਰੂ ਦੀ ਸੰਗਤ ਦੇਣ ਲਈ, ਸਿੱਖ ਨੂੰ ਗੁਰੂ ਦੇ ਰਾਹੀਂ ਅਕਾਲ ਪੁਰਖ ਤੱਕ ਪਹੁੰਚਾਉਣ ਲਈ, ਉਸ ਦੀ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਲਈ ਜਿਹੜਾ ਸਥਾਨ ਗੁਰੂ ਸਾਹਿਬ ਨੇ ਨੀਅਤ ਕੀਤਾ, ਜਿਹੜਾ ਸਥਾਨ ਗੁਰੂ ਸਾਹਿਬ ਨੇ ਖੁਦ ਸਵੀਕਾਰ ਕੀਤਾ, ਜਿਸ ਨੂੰ ਖੁਦ ਗੁਰੂ ਸਾਹਿਬ ਨੇ ਬਣਾਇਆ, ਉਹ ਸੀ ਗੁਰੂਦੁਆਰਾ। ਗੁਰੂਦੁਆਰਾ ਉਹ ਸਥਾਨ ਸੀ, ਗੁਰੂ ਦਾ ਘਰ ਉਹ ਜਗ੍ਹਾ ਸੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਇਹ ਆਦੇਸ਼ ਹੈ, ਇਹ ਹੁਕਮ ਹੈ ਸਿੱਖ ਨੂੰ ਕਿ ਉਹ ਜਗ੍ਹਾ ਲੱਭੋ, ਉਹ ਸਥਾਨ ਲੱਭੋ ਜਿਹੜੀ ਕਿ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ। ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੇ ਚਰਨ ਕਮਲ ਪਏ ਹਨ, ਉਹਨਾਂ ਸਥਾਨਾਂ ਦੀ ਚਰਨ ਤੋੜ ਮੁਖ 'ਤੇ ਲਾਣੀ ਇਹ ਸਿੱਖ ਦਾ ਫਰਜ਼ ਹੈ, ਉਸ ਦਾ ਹੱਕ ਹੈ, ਉਸ ਦਾ ਬੁਨਿਆਦੀ ਫਰਜ਼ ਵੀ ਹੈ। ਗੁਰੂ ਸਾਹਿਬ ਜਿੱਥੇ ਜਿੱਥੇ ਗਏ, ਗੁਰੂ ਕਿਆਂ ਸਿੱਖਾਂ ਨੇ ਉਹਨਾਂ ਥਾਵਾਂ ਨੂੰ ਸਾਂਭਿਆ, ਉਹਨਾਂ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਉਸ ਨੂੰ ਉਹਦੀ ਤਾਮੀਰ ਕਰਾਈ, ਉਸ ਦੀ ਕੰਸਟਰਕਸ਼ਨ ਹੋਈ, ਉਹ ਧਰਮਸ਼ਾਲਾ ਬਣੀਆਂ। ਹਜ਼ੂਰ ਨੇ ਤਾਂ ਹੁਕਮ ਦਿੱਤਾ ਘਰ ਘਰ ਅੰਦਰ ਧਰਮਸਾਲ, ਘਰ ਘਰ ਦੇ ਅੰਦਰ ਹੀ ਧਰਮਸ਼ਾਲਾ ਹੋਣੀ ਚਾਹੀਦੀ ਹੈ, ਕਿਉਂਕਿ ਸਿੱਖ ਦਾ ਜੀਵਨ ਕਦੀ ਵੀ ਕੰਪਾਰਟਮੈਂਟਲਾਈਜ਼ ਹੋ ਕੇ ਨਹੀਂ ਜੀ ਸਕਦਾ। ਉਹ ਡਿੱਬਾ ਬੰਦ ਨਹੀਂ ਹੁੰਦਾ, ਉਹਦੇ ਵਿੱਚ ਇਕਸਾਰਤਾ ਹੈ। ਜੇਕਰ ਉਹ ਕਿਰਤ ਕਰਦਾ ਹੈ ਤਾਂ ਉਹ ਵੀ ਧਰਮ ਦੀ ਕਿਰਤ ਹੈ, ਜੇਕਰ ਉਹ ਗੁਰੂ ਦਾ ਕੰਮ ਕਰਦਾ ਹੈ ਉਹ ਵੀ ਧਰਮ ਦਾ ਕੰਮ ਹੈ, ਜੇਕਰ ਉਹ ਯੁੱਧ ਕਰਦਾ ਹੈ ਉਹ ਵੀ ਧਰਮ ਦਾ ਕੰਮ ਹੈ, ਉਹ ਵੀ ਧਰਮ ਯੁੱਧ ਹੈ। ਉਹ ਆਪਣੀ ਜ਼ਿੰਦਗੀ ਨੂੰ ਵੱਖ ਹਿੱਸਿਆਂ ਵਿੱਚ ਨਹੀਂ ਵੰਡ ਸਕਦਾ ਕਿ ਇਹ ਮੇਰਾ ਨਿੱਜੀ ਜੀਵਨ ਹੈ, ਇਹ ਮੇਰਾ ਪਰਿਵਾਰਕ ਜੀਵਨ ਹੈ, ਇਹ ਮੇਰਾ ਸਦਾਚਾਰਕ ਜੀਵਨ ਹੈ, ਇਹ ਮੇਰਾ ਸਮਾਜਿਕ ਜੀਵਨ ਹੈ, ਇਹ ਮੇਰਾ ਰਾਜਨੀਤਿਕ ਜੀਵਨ ਹੈ। ਜਦੋਂ ਇਹ ਕਰੇਗਾ ਉਹ ਫਿਰ ਪੇਖੀ ਹੀ ਕਵਾਏਗਾ। ਗੁਰੂ ਨਾਨਕ ਸਾਹਿਬ ਨੇ ਜਗ੍ਹਾ ਜਗ੍ਹਾ ਦੇ ਉੱਤੇ ਉਹ ਧਰਮਸ਼ਾਲਾ ਜਿਹੜੀਆਂ ਕਾਇਮ ਕੀਤੀਆਂ, ਜਿਨ੍ਹਾਂ ਦੇ ਵਿੱਚ ਕੀਰਤਨ ਹੁੰਦਾ ਸੀ, ਜਿਨ੍ਹਾਂ ਵਿੱਚ ਸੋਦਰ ਆਰਤੀ ਪੜ੍ਹੀ ਜਾਂਦੀ ਸੀ, ਜਿਨ੍ਹਾਂ ਦੇ ਵਿੱਚ ਗੁਰੂ ਦੀ ਗੱਲ, ਜਿਨ੍ਹਾਂ ਦੇ ਵਿੱਚ ਅਕਾਲ ਪੁਰਖ ਦੀ ਗੱਲ ਕੀਤੀ ਜਾਂਦੀ ਸੀ, ਉਹ ਜਗ੍ਹਾ ਧਰਮਸ਼ਾਲਾ ਹੋਈ। ਔਰ ਉਹਨਾਂ ਸਥਾਨਾਂ ਨੂੰ ਸਾਂਭਣ ਲਈ, ਉਹਨਾਂ ਸਥਾਨਾਂ ਦੇ ਨਾਲ ਜੋੜਨ ਲਈ, ਗੁਰੂ ਦੇ ਨਾਲ ਜੋੜਨ ਲਈ ਗੁਰੂ ਅਮਰਦਾਸ ਜੀ ਨੇ ਉਸ ਨੂੰ ਇੰਸਟੀਟਿਊਸ਼ਨਲਾਈਜ਼ ਕੀਤਾ। ਔਰ ਉਹ ਸੰਗਤਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਜਗ੍ਹਾ ਜਗ੍ਹਾ ਸੰਗਤਾਂ ਬਣਾਈਆਂ ਸੀ, ਛੋਟੀ ਸੰਗਤ, ਬੜੀ ਸੰਗਤ, ਮੈਣੀ ਸੰਗਤ, ਉਹ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਨੇ ਪੱਕਿਆਂ ਕਰਨ ਲਈ ਮਸੰਦ ਬਣਾਏ। ਮਸਨਦ ਦੇ ਉੱਤੇ ਬਹਿਣ ਵਾਲੇ, ਆਸਨ ਲਗਾਉਣ ਵਾਲੇ ਉਹ ਮਸੰਦ ਸਨ। ਇਹਨਾਂ ਮਸੰਦਾਂ ਦੇ ਰਾਹੀਂ ਕਾਰਪੇਟਾ ਇਕੱਤਰ ਹੋ ਕੇ ਗੁਰੂ ਦੇ ਕੋਲ ਪਹੁੰਚਿਆ ਕਰਦੀ ਸੀ। ਇਹ ਗੁਰੂ ਔਰ ਸਿੱਖ ਦੇ ਵਿਚਕਾਰ ਇੱਕ ਮਸੰਦ ਸੀ ਜਿਹੜਾ ਕਿ ਗੁਰੂ ਦਾ ਸਨੇਹਾ ਉਹਨਾਂ ਤੱਕ ਪਹੁੰਚਾਉਂਦਾ ਸੀ, ਉਹਨਾਂ ਦੀ ਕਾਰਪੇਟ ਗੁਰੂ ਤੱਕ ਪਹੁੰਚਾਉਂਦਾ ਸੀ, ਮਰਕਜ਼ ਦੇ ਨਾਲ, ਉਸ ਧੁਰੇ ਦੇ ਨਾਲ, ਉਸ ਕੇਂਦਰ ਦੇ ਨਾਲ ਜੋੜਦਾ ਸੀ। ਸਮੇਂ ਅਨੁਸਾਰ ਜਿਵੇਂ ਕਿਧਰੇ ਵੀ ਪਾਣੀ ਖੜਾ ਹੋ ਜਾਏ ਤਾਂ ਉਹ ਗੰਧਲਾ ਹੋ ਜਾਂਦਾ ਹੈ, ਉਸ ਵਿੱਚ ਖੜੋਤ ਆ ਜਾਏ ਤਾਂ ਉਹਦੇ ਵਿੱਚ ਕਈ ਅਲਾਮਤਾਂ, ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਬਿਲਕੁਲ ਮਸੰਦ ਪ੍ਰਥਾ ਦੇ ਵਿੱਚ ਵੀ ਇੱਦਾਂ ਹੀ ਹੋਇਆ। ਜਦੋਂ ਗੱਲ ਪੁਰਾਣੀ ਹੋ ਗਈ, ਉਹ ਮਸੰਦ ਪੱਕੇ ਹੋ ਗਏ, ਜਦੋਂ ਉਹ ਜੱਦੀ ਹੋ ਗਏ, ਉਹਨਾਂ ਨੇ ਇਸ ਨੂੰ ਆਪਣੀ ਜਾਇਦਾਦ ਹੀ ਸਮਝ ਲਿਆ, ਆਪਣਾ ਹੱਕ ਸਮਝ ਲਿਆ। ਉਹ ਸੇਵਾ ਦਾ ਭਾਵ ਹੌਲੇ ਹੌਲੇ ਨਿਕਲਦਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ, ਬਲਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਹੀ ਇਹਨਾਂ ਮਸੰਦਾਂ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਬਹੁਤ ਹੀ ਸਾਫ਼ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਦੇਸ਼ ਦੇ ਦਿੱਤੇ, ਮਸੰਦਾਂ ਨੂੰ ਮੰਨਣਾ ਨਹੀਂ। ਮਸੰਦ ਪ੍ਰਥਾ ਬਿਲਕੁਲ ਖਤਮ ਕਰ ਦਿੱਤੀ। ਮਸੰਦਾਂ ਦੇ ਹਟਣ ਤੋਂ ਬਾਅਦ ਗੁਰਦੁਆਰਿਆਂ ਦੇ ਪ੍ਰਬੰਧ, ਗੁਰੂ ਘਰਾਂ ਦੇ ਪ੍ਰਬੰਧ, ਗੁਰ ਅਸਥਾਨਾਂ ਦੇ ਪ੍ਰਬੰਧ ਹੁਣ ਜਾਂ ਤਾਂ ਉਹਦੇ ਉੱਤੇ ਹਕੂਮਤਾਂ ਦੇ ਕਬਜ਼ੇ ਹੋ ਗਏ, ਮੁਗਲਾਂ ਦੇ ਕਬਜ਼ੇ ਹੋ ਗਏ, ਔਰ ਕਬਜ਼ਿਆਂ ਦੀ ਹਾਲਤ ਵੀ ਇਤਨੀ ਦੁਖਦਾਈ ਹੋ ਗਈ ਕਿ ਸਿੱਖਾਂ ਲਈ
ਉਹ ਜਿਹੜਾ ਅਸਥਾਨ ਗੁਰੂ ਦਾ ਅਸਥਾਨ ਸੀ, ਜਿੱਥੋਂ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋਣਾ ਸੀ, ਜਿਹੜਾ ਸੋਦਰ ਤੋਂ ਸੋ ਘਰ ਦੀ ਗੱਲ ਕਰਦਾ ਸੀ, ਜਿਸ ਦੀ ਦਹਿਲੀਜ਼ ਤੇ ਮੱਥਾ ਟੇਕ ਕੇ ਇੱਕ ਮੋਹਰ ਦੀ ਤਰ੍ਹਾਂ, ਜਿਵੇਂ ਮੋਹਰ ਕਿਧਰੇ ਲਗਾਈ ਜਾਏ, ਮੋਹਰ ਪੁੱਠੀ ਹੁੰਦੀ ਹੈ, ਪਰ ਜਦੋਂ ਉਹਦਾ ਛਾਪਾ ਛਪਦਾ ਹੈ ਤਾਂ ਉਹ ਸਿੱਧਾ ਹੁੰਦਾ ਹੈ। ਸਿੱਖ ਵੀ ਜਦੋਂ ਗੁਰੂ ਦੀ ਦਹਿਲੀਜ਼ ਦੇ ਉੱਤੇ ਆਪਣਾ ਮਸਤਕ ਧਰਦਾ ਹੈ, ਉਸ ਦੇ ਪੁੱਠੇ ਲੇਖ ਸਿੱਧੇ ਹੁੰਦੇ ਹਨ। ਉਹ ਸਥਾਨਾਂ ਦੇ ਉੱਤੇ ਹਾਲਤ ਇਹ ਹੋ ਗਈ, ਜਿਵੇਂ ਲਿਖਿਆ ਕਿ ਹਰਮੰਦਰ ਵਿੱਚ ਡਾਹਿਆ ਮੰਜਾ, ਡਰ ਪਉ ਮੇਰਾ ਲੱਥਾ ਉੱਕਾ, ਤੇਗ ਮੇਰੀ ਤੋਂ ਡਰਦੇ ਮਾਰੇ, ਜਾਂ ਝਲਾਂ ਵਿੱਚ ਸਿੰਘ ਹੈ ਲੁੱਕਾ, ਜਾਮ ਪਿਆ ਹੁਣ ਨੱਚ ਨਚਾਰੀਏ, ਹਰ ਦੇ ਘਰ ਮੇਰਾ ਗੁੜ ਕੇ ਹੁੱਕਾ, ਝੂਮ ਝੂਮ ਇਉਂ ਆਖ ਰਿਹਾ ਸੀ, ਮੱਸਾ ਰੰਗੜ ਮਦ ਵਿੱਚ ਚੂਰ, ਉਹ ਝਟਕਾਇਆ ਸਿੰਘਾਂ ਆ ਕੇ, ਹੱਕੀ ਬੱਕੀ ਰਹਿ ਗਈ ਹੂਰ। ਆਪਣੀਆਂ ਜਾਨਾਂ ਹੂਲ ਕੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ, ਉਸ ਨੂੰ ਜੇਕਰ ਗੁਰੂ ਦੇ ਲੇਖੇ ਲੱਗ ਜਾਏ, ਇਸ ਤੋਂ ਉੱਤਮ ਭਾਗ ਇਸ ਜੀਵਨ ਦਾ ਮਨੋਰਥ ਹੀ ਸਿੰਘਾਂ ਨੇ ਮਿਥ ਲਿਆ। ਕਮਾਲ ਦੀ ਉਹ ਵਾਰਤਾ ਹੈ ਜਦੋਂ ਦੀਵਾਨ ਕੌੜਾ ਮੱਲ, ਜਿਨ੍ਹਾਂ ਨੂੰ ਪੰਥ ਬਹੁਤ ਸਤਿਕਾਰ ਨਾਲ ਯਾਦ ਕਰਦਾ ਹੈ, ਉਹ ਜਦੋਂ ਇੱਕ ਸ਼ਾਹਰਾਹ 'ਤੇ ਖੜੇ ਸਨ, ਇੱਕ ਬੀਬੀ ਵਾਹੋ ਦਾ ਹੀ ਆਪਣੇ ਬੱਚੇ ਨੂੰ ਝੋਲੀ ਵਿੱਚ ਚੁੱਕ ਤੇ ਬੜੀ ਸ਼ਤਾਬੀ ਦੇ ਨਾਲ, ਬੜੀ ਸਪੀਡ ਦੇ ਨਾਲ, ਬਹੁਤ ਤੇਜ਼ੀ ਦੇ ਨਾਲ ਵਾਹੋ ਦਾ ਹੀ ਜਾ ਰਹੀ ਸੀ। ਦੀਵਾਨ ਕੌੜਾ ਮੱਲ ਜੀ ਨੇ ਪੁੱਛਿਆ, ਮਾਈ ਕਿੱਧਰ ਜਾ ਰਹੀ ਹੈ? ਕਹਿਣ ਲੱਗੀ, ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਹਾਂ। ਕੌੜਾ ਮੱਲ ਜੀ ਨੇ ਕਿਹਾ, ਤੈਨੂੰ ਨਹੀਂ ਪਤਾ ਕਿ ਉੱਥੇ ਤਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਕਬਜ਼ਾ ਹੈ ਔਰ ਉੱਥੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾਏਗਾ, ਉੱਥੋਂ ਕੋਈ ਬਚ ਕੇ ਨਹੀਂ ਆ ਸਕਦਾ। ਉਹ ਕਹਿਣ ਲੱਗੀ, ਜੇ ਇਹ ਸਰੀਰ ਗੁਰੂ ਦੇ ਲੇਖੇ ਲੱਗ ਜਾਏ ਤਾਂ ਇਸ ਤੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਹੈ। ਦੀਵਾਨ ਕੌੜਾ ਮੱਲ ਜੀ ਦੇ ਉਹਨਾਂ ਦਾ ਸਿਰ ਚੁੱਕਿਆ, ਪਰ ਕਹਿਣ ਲੱਗੇ, ਬੀਬੀ ਜੇ ਤੈਨੂੰ ਆਪਣੇ ਸਰੀਰ ਨਾਲ ਪਿਆਰ ਨਹੀਂ, ਜੇ ਤੈਨੂੰ ਆਪਣੇ ਨਾਲ ਪਿਆਰ ਨਹੀਂ, ਤਾਂ ਇਸ ਬੱਚੇ ਦੇ ਉੱਤੇ ਤਾਂ ਤਰਸ ਕਰ। ਇਹ ਮਾਸੂਮ ਤੇਰੀ ਗੋਦੀ ਵਿੱਚ ਜਿਹੜਾ ਬਾਲਕ ਹੈ, ਇਸ ਦੇ ਉੱਤੇ ਤਾਂ ਤਰਸ ਕਰ। ਉਹ ਕਹਿਣ ਲੱਗੀ, ਮੈਂ ਇਸ ਨੂੰ ਬਹੁਤ ਪਿਆਰ ਕਰਦੀ ਹਾਂ, ਮੈਂ ਇਸ 'ਤੇ ਤਰਸ ਕਰਦੀ ਹਾਂ, ਤਾਂ ਹੀ ਮੈਂ ਇਸ ਨੂੰ ਨਾਲ ਲੈ ਕੇ ਜਾ ਰਹੀ ਹਾਂ। ਸ਼ਾਇਦ ਇਸ 'ਤੇ ਵੀ ਗੁਰੂ ਦੀ ਬਖਸ਼ਿਸ਼ ਹੋ ਜਾਏ, ਇਹ ਵੀ ਗੁਰੂ ਦੇ ਲੇਖੇ ਲੱਗ ਜਾਏ। ਇਹ ਭਾਵਨਾ ਸੀ ਗੁਰੂ ਦੇ ਉਹਨਾਂ ਦੁਆਰਿਆਂ ਦੀ ਸੇਵਾ ਸੰਭਾਲ ਦੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂਦੁਆਰਾ ਬਣਾਇਆ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਣਾਇਆ। ਉਸ ਦਾ ਨਕਸ਼ਾ ਕਮਾਲ ਦਾ ਨਕਸ਼ਾ ਹੈ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਕਹਿੰਦੇ ਹਨ, ਜੇ ਤੁਸੀਂ ਗੁਰਦੁਆਰੇ ਦਾ ਨਕਸ਼ਾ ਬਣਾਉਣਾ ਹੈ, ਜੇ ਤੁਸੀਂ ਗੁਰਦੁਆਰੇ ਦੀ ਕੰਸਟਰਕਸ਼ਨ ਕਰਨੀ ਹੈ, ਤਾਂ ਇੱਕ ਦਫਾ ਜ਼ਰੂਰ ਗੁਰੂ ਅਰਜਨ ਦੇਵ ਜੀ ਵੱਲੋਂ ਬਣਾਏ ਹੋਏ, ਖੁਦ ਉਸਾਰੇ ਹੋਏ ਉਸ ਹਰਮੰਦਰ ਸਾਹਿਬ ਦੇ ਨਕਸ਼ੇ ਵੱਲ ਜ਼ਰੂਰ ਦੇਖੋ। ਆਮ ਤੌਰ ਦੇ ਉੱਤੇ ਬਾਦਸ਼ਾਹ ਭਾਈ ਗੁਰਦਾਸ ਜੀ ਲਿਖਦੇ ਹਨ, ਝਰੋਖਿਆਂ ਦੇ ਵਿੱਚ ਬੈਠਦੇ ਸਨ ਔਰ ਜਿਹੜੀ ਉਹਨਾਂ ਦੀ ਆਡੀਅנס ਹੈ, ਖਲਕਤ ਹੈ, ਜਨਤਾ ਹੈ, ਉਹ ਥੱਲੇ ਬੈਠਦੀ ਸੀ। ਆਮ ਤੌਰ ਦੇ ਉੱਤੇ ਇਸ ਤਰ੍ਹਾਂ ਹੁੰਦਾ ਸੀ, ਪਰ ਇਹ ਤਾਂ ਉਲਟੀ ਗੰਗ ਵਹਾਣੀ ਸੀ। ਗੰਗ ਜਮਨ ਜੋ ਉਲਟੀ ਬਹੇ ਤੋ ਨਾਮਾ ਹਰ ਕਹਿਤਾ ਰਹੇ। ਇਹ ਤਾਂ ਉਲਟੀ ਗੰਗਾ ਹੈ। ਇੱਥੇ ਸੰਗਤ ਬਾਲਕਨੀਜ਼ ਵਿੱਚ ਹੈ ਹਰਮੰਦਰ ਸਾਹਿਬ ਦੀ, ਔਰ ਗੁਰੂ ਥੱਲੇ ਹੈ, ਵਿਚਕਾਰ ਹੈ। 4 ਦਰਵਾਜ਼ੇ ਹਨ, ਕੋਈ ਦਿਸ਼ਾ ਮੁਕਰਰ ਨਹੀਂ ਹੈ, ਕੋਈ ਦਿਸ਼ਾ ਪੂਰਬ ਨਹੀਂ ਹੈ। ਕਉ ਪਛਾ ਕੋ ਸੀਸ ਨਵਾਇਓ, ਕਉ ਬਤਾਨ ਕੋ ਪੂਜਿਤ ਹੈ ਪਸੂ, ਕਉ ਮਰਤਾਨ ਕੋ ਪੂਜਨ ਧਾਇਓ। ਕੋਈ ਦਿਸ਼ਾ ਉਹਦੀ ਪੱਕੀ ਨਹੀਂ ਹੈ। ਉਹਦਾ ਮੱਥਾ ਨਾ ਪੂਰਬ ਵੱਲ ਹੈ, ਨਾ ਪੱਛਮ ਵੱਲ ਹੈ, ਨਾ ਉੱਤਰ ਵੱਲ ਹੈ, ਨਾ ਦੱਖਣ ਵੱਲ ਹੈ। ਇੱਕ ਡਾਇਗਨਲ ਹੈ। ਇੱਕ ਅਜੀਬ ਨਕਸ਼ਾ ਦਿੱਤਾ। ਔਰ ਹਰਮੰਦਰ ਸਾਹਿਬ ਦੇ ਅੰਦਰ ਪਾਲਕੀ ਵੀ ਨਹੀਂ ਹੈ। ਪਾਲਕੀ ਵੀ ਨਹੀਂ ਹੈ, ਕਿਉਂਕਿ ਪਾਲਕੀ ਇੱਕ ਸਵਾਰੀ ਹੈ। ਪਾਲਕੀ ਦੇ ਵਿੱਚ ਗੁਰੂ ਸਾਹਿਬ ਦੀ ਸਵਾਰੀ ਆਉਂਦੀ ਹੈ, ਪਾਲਕੀ ਬਾਹਰ ਰੁਕ ਜਾਂਦੀ ਹੈ। ਅੰਦਰ ਮੰਜੀ ਸਾਹਿਬ ਦੇ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਬਿਰਾਜਮਾਨ ਹੁੰਦੇ ਹਨ। ਮੰਜੀ ਗ੍ਰਸਤੀਆਂ ਦਾ ਸਥਾਨ ਹੈ। ਕੋਈ ਆਸਨ 'ਤੇ ਬਹਿੰਦਾ ਹੈ, ਕੋਈ ਸਿੰਘਾਸਨ 'ਤੇ ਬਹਿੰਦਾ ਹੈ, ਕੋਈ ਮ੍ਰਿਗਸ਼ਾਲਾ 'ਤੇ ਬਹਿੰਦਾ ਹੈ, ਕੋਈ ਸ਼ੇਰ ਦੀ ਖਲ 'ਤੇ ਬਹਿੰਦਾ ਹੈ, ਪਰ ਗ੍ਰਸਤੀਆਂ ਦਾ ਬੈਠਣ ਦੀ ਜਗ੍ਹਾ ਮੰਜੀ ਹੈ। ਗੁਰੂ ਸਾਹਿਬ ਨੇ ਮੰਜੀ ਸਾਹਿਬ ਦੇ ਉੱਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਨੂੰ ਕਰ ਦਿੱਤਾ। ਇਹ ਗ੍ਰਹਸਥ ਮਾਰਗ ਹੈ। ਇਹ ਜਿਹੜਾ ਨਕਸ਼ਾ
ਗੁਰੂ ਅਰਜਨ ਦੇਵ ਜੀ ਨੇ ਦਿੱਤਾ, ਜਿਹੜਾ ਹਰ ਕਿਸੇ ਲਈ ਖੁੱਲ੍ਹਾ ਹੈ। ਪਰ ਗ੍ਰੰਥ ਦੇ ਬਾਅਦ ਗ੍ਰੰਥ ਦੀ ਤਾਬਿਆ, ਗ੍ਰੰਥ ਦੀ ਰਾਖੀ, ਗ੍ਰੰਥ ਦੀ ਸੇਵਾ, ਗ੍ਰੰਥ ਦੀ ਸੰਭਾਲ ਇੱਕ ਗ੍ਰੰਥੀ ਵੀ ਚਾਹੀਦਾ। ਗ੍ਰੰਥੀ ਕਿਹੜਾ ਦਿੱਤਾ? ਗੁਰੂ ਸਾਹਿਬ ਦੇ ਕੋਲ ਭਾਈ ਗੁਰਦਾਸ ਜੀ ਹੋਰ ਮਹਾਨ ਵਿਦਵਾਨ ਸਨ, ਬਹੁਤ ਵਿਦਵਾਨ ਸਨ, ਜਿਨ੍ਹਾਂ ਦੇ ਗੁਰੂ ਸਾਹਿਬ ਦੇ ਸਮਕਾਲੀ ਸਨ, ਪਰ ਜਿਨ੍ਹਾਂ ਨੂੰ ਚੁਣਿਆ ਗਿਆ ਉਹ ਸਨ ਬਾਬਾ ਬੁੱਢਾ ਜੀ। ਤੁਸੀਂ ਬਾਬਾ ਬੁੱਢਾ ਜੀ ਦੀ ਕੁਆਲੀਫਿਕੇਸ਼ਨ ਬਾਰੇ ਪੁੱਛਣਾ ਚਾਹੁੰਦੇ ਹੋ, ਉਹਨਾਂ ਦੀ ਲਿਆਕਤ ਬਾਰੇ ਜਾਣਨਾ ਚਾਹੁੰਦੇ ਹੋ? ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਸੱਦਿਆ ਔਰ ਕਿਹਾ ਕਿ ਬਾਬਾ ਜੀ, ਬਾਲਕ ਹਰਗੋਬਿੰਦ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਇਹ ਤੁਹਾਡੀ ਹੈ, ਇਹਨਾਂ ਨੂੰ ਪੜ੍ਹਾਈ ਤੁਸੀਂ ਕਰਾਓ। ਬਾਬਾ ਜੀ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਖੜੇ ਹੋ ਗਏ, ਕਹਿਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ, ਮੈਂ ਤਾਂ ਖੁਦ ਨਹੀਂ ਪੜ੍ਹਿਆ, ਮੈਂ ਖੁਦ ਨਹੀਂ ਮਦਰਸੇ ਗਿਆ, ਮੈਂ ਖੁਦ ਕਿਸੇ ਸਕੂਲ ਵਿੱਚ ਨਹੀਂ ਗਿਆ, ਮੈਂ ਇਹਨਾਂ ਨੂੰ ਕੀ ਪੜ੍ਹਾਵਾਂਗਾ। ਗੁਰੂ ਅਰਜਨ ਦੇਵ ਜੀ ਨੇ ਪੂਰੀ ਗੰਭੀਰਤਾ ਨਾਲ ਕਿਹਾ, ਔਰ ਸਾਡੇ ਲਈ ਚਾਨਣ ਮੁਨਾਰਾ ਹੈ, ਸਾਡੇ ਲਈ ਇੱਕ ਨਿਸ਼ਾਨੀ ਹੈ ਕਿ ਗ੍ਰੰਥੀ ਦੀ ਕੁਆਲੀਫਿਕੇਸ਼ਨ ਗੁਰੂ ਅਰਜਨ ਦੇਵ ਜੀ ਤੈਅ ਕਰ ਰਹੇ ਹਨ। ਜੇਕਰ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਥਾਪ ਰਹੇ ਹਨ, ਤਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਭਾਈ ਮਨੀ ਸਿੰਘ ਜੀ ਦੀ ਲਾਈ ਜਾ ਰਹੀ ਹੈ। ਹੋਰ ਇਸ ਤੋਂ ਵੱਡਾ ਸਨੇਹਾ ਕੀ ਹੋ ਸਕਦਾ ਹੈ ਕਿ ਜਿਨ੍ਹਾਂ ਦੇ ਲਈ ਜਦੋਂ ਕੀਰਤੀ ਕਿਰਤ ਬਣ ਜਾਏ ਫਿਰ ਤਤ ਨਿਕਲ ਜਾਂਦਾ ਹੈ। ਕੀਰਤੀ ਜਦੋਂ ਕਿਰਤ ਬਣ ਜਾਂਦੀ ਹੈ ਫਿਰ ਉਸ ਵਿੱਚੋਂ ਤਤ ਨਿਕਲ ਜਾਂਦਾ ਹੈ। ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਬਾ ਜੀ, ਤੁਸੀਂ ਬਾਲਕ ਹਰਗੋਬਿੰਦ ਨੂੰ ਉਹ ਪੜ੍ਹਾਈ ਕਰਾਓ ਜਿਹੜੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਕਰਾਈ ਸੀ। ਗੁਰੂ ਨਾਨਕ ਸਾਹਿਬ ਦੀ ਪੜ੍ਹਾਈ ਉਹ ਕਿਹੜੀ ਪੜ੍ਹਾਈ ਸੀ? ਜਿਹੜੀ ਕੁਆਲੀਫਿਕੇਸ਼ਨ, ਜਿਹੜੀ ਲਿਆਕਤ, ਜਿਹੜੀ ਕਾਬਲੀਅਤ ਬਾਬਾ ਬੁੱਢਾ ਜੀ ਵਿੱਚ ਸੀ, ਉਸ ਨੂੰ ਲੈ ਕੇ ਉਹਨਾਂ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ। ਪਹਿਲੀ ਤਾਬਿਆ ਗੁਰੂ ਅਰਜਨ ਦੇਵ ਜੀ ਕਿਨਾਰੇ ਬੈਠੇ ਹਨ ਔਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਾਬਾ ਬੁੱਢਾ ਜੀ ਹਨ। ਕਿਸੇ ਨੂੰ ਭੁਲੇਖਾ ਨਾ ਪੈ ਜਾਏ ਕਿ ਮੈਂ ਗੁਰੂ ਅਰਜਨ ਦੇਵ ਜੀ ਨੂੰ ਹੀ ਮੱਥਾ ਟੇਕ ਰਿਹਾ ਹਾਂ। ਇਹ ਤਾਕੀਦ ਹੈ, ਗੁਰੂ ਦੇ ਅੱਗੇ ਨਤਮਸਤਕ ਹੋਣਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਹੈ। ਔਰ ਜਦੋਂ ਫਿਰ ਸਮਾਂ ਆਇਆ ਤਾਂ ਫਿਰ ਬਾਬਾ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦਾ ਗ੍ਰੰਥੀ ਥਾਪਿਆ ਗਿਆ ਔਰ ਨਿਯੁਕਤ ਕੀਤਾ ਗਿਆ। ਉਹਨਾਂ ਦੇ ਬਾਰੇ ਦੱਸਣ ਦੀ ਲੋੜ ਹੀ ਨਹੀਂ ਕਿ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਦੀ ਅਜ਼ਮਤ ਲਈ, ਹਰਿਮੰਦਰ ਸਾਹਿਬ ਦੀ ਰਾਖੀ ਲਈ, ਸਿੱਖਾਂ ਦੀ ਇੱਜ਼ਤ ਲਈ ਉਹਨਾਂ ਨੇ ਕਿਤਨੀ ਮਹਾਨ ਕੁਰਬਾਨੀ ਕੀਤੀ, ਜਿਹਦਾ ਇਤਿਹਾਸ ਦੇ ਵਿੱਚ ਕੋਈ ਸਾਨੀ ਹੀ ਨਹੀਂ ਹੈ। ਕਿ ਉਹਨਾਂ ਨੇ ਬੰਦ ਕਟਵਾ ਕੇ ਜਿਹੜੀ ਕੁਰਬਾਨੀ ਕੀਤੀ, ਸਰੀਰ ਦੇ ਸਾਰੇ ਅੰਗ ਬੰਦ ਕਟਵਾ ਕੇ ਵੀ ਉਹਨਾਂ ਨੇ ਬਿਰਧ ਬਾਣੇ ਦੀ ਆਪਣੀ ਜਿਹੜੀ ਸੀ ਉਹ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ। ਉਹਨਾਂ ਨੇ ਜਲਾਦ ਨੂੰ ਇਹੋ ਗੱਲ ਕਹੀ ਸੀ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਭਾਈ ਮਨੀ ਸਿੰਘ ਜੈਸੇ ਗ੍ਰੰਥੀ, ਬਾਬਾ ਗੁਰਬਖਸ਼ ਸਿੰਘ ਜੈਸੇ ਸੇਵਾਦਾਰ ਪ੍ਰਬੰਧਕ ਹਰਿਮੰਦਰ ਸਾਹਿਬ ਦੇ ਰਹੇ। ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਦੀ ਡਿਊਟੀ ਲੱਗੀ, ਉਹਨਾਂ ਦੀ ਸੇਵਾ ਸੀ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਹੋਣ ਦੀ, ਪ੍ਰਬੰਧ ਕਰਨ ਦੀ। ਸੁਣਿਆ ਅਬਦਾਲੀ ਦੀਆਂ ਫੌਜਾਂ ਆ ਗਈਆਂ। ਬਾਬਾ ਜੀ ਦੇ ਨਾਲ ਕੇਵਲ 32 ਸਿੰਘ ਸਨ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਫੌਜ ਸੀ। ਬਾਬਾ ਗੁਰਬਖਸ਼ ਸਿੰਘ ਜੀ ਦਾ ਉਹ ਸਥਾਨ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਉਹਨਾਂ ਦਾ ਉਹ ਸਥਾਨ ਬਣਿਆ ਹੋਇਆ ਹੈ। ਕਦੀ ਮੌਕਾ ਮਿਲੇ ਜ਼ਰੂਰ ਜਾ ਕੇ ਉਸ ਸਥਾਨ ਦੇ ਉੱਤੇ ਵੀ ਨਤਮਸਤਕ ਹੋਣਾ। ਅਸੀਂ ਇਸ ਦੇ ਬਾਰੇ ਆਪ ਨਾਲ ਗੱਲ ਜਾਰੀ ਰੱਖਾਂਗੇ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਦਾ ਇਹ ਪ੍ਰੋਗਰਾਮ ਮਤੇ, ਗੁਰਮਤੇ ਅਤੇ ਹੁਕਮਨਾਮੇ ਹੈ। ਅਸੀਂ ਇੱਕ ਬਹੁਤ ਹੀ
महत्वपूर्ण बहुत ही खास ਜਿਹੜੇ ਪੰਥ ਨੇ ਗੁਰਮਤੇ ਕੀਤੇ ਹਨ, ਉਹਨਾਂ ਦੇ ਬਾਰੇ ਆਪ ਨਾਲ ਵਿਚਾਰ ਸਾਂਝੇ ਕਰਾਂਗੇ। ਕਿਉਂਕਿ ਪੰਥ ਦਾ ਉਹ ਗੁਰਮਤਾ ਪੰਥ ਦਾ ਹੈ, ਪੰਥ ਦਾ ਹੁਕਮ ਹੈ, ਗੁਰੂ ਦਾ ਹੁਕਮ ਹੈ। ਗੁਰਦੁਆਰਿਆਂ ਦੇ ਪ੍ਰਬੰਧਕ ਦੀ ਕੀ ਸ਼ਰਤ ਹੋਣੀ ਚਾਹੀਦੀ ਹੈ, ਇਹ ਬਹੁਤ ਗੰਭੀਰ ਵਿਸ਼ਾ ਹੈ। ਜੇਕਰ ਪ੍ਰਬੰਧ ਸਹੀ ਹੋਏਗਾ ਤਾਂ ਸਾਰਾ ਕੁਝ ਠੀਕ ਹੋਏਗਾ, ਪਰ ਜੇਕਰ ਪ੍ਰਬੰਧਕ ਠੀਕ ਨਹੀਂ ਹੋਏਗਾ ਤਾਂ ਫਿਰ ਉਸ ਦੇ ਬਾਅਦ ਕਿਸੇ ਹੋਰ ਚੀਜ਼ ਦੀ ਆਸ ਕਰਨੀ ਉਹ ਨਿਰਰਥਕ ਹੈ। ਪੰਥ ਦੇ ਉਹ ਤਿੰਨ ਮਤੇ ਜਿਹੜੇ ਪ੍ਰਬੰਧਕ ਦੀ ਕੁਆਲੀਫਿਕੇਸ਼ਨ ਮੁਤਲਕ ਹਨ, ਉਹ ਅਸੀਂ ਆਪ ਨਾਲ ਜ਼ਰੂਰ ਸਾਂਝੇ ਕਰਾਂਗੇ, ਪਰ ਉਸ ਦੀ ਭੂਮਿਕਾ, ਉਸ ਦਾ ਪਿਛੋਕੜ ਉਹ ਵੀ ਆਪ ਨਾਲ ਸਾਂਝਾ ਕਰਨਾ ਜ਼ਰੂਰੀ ਹੈ। ਕਿਉਂਕਿ ਗੁਰਦੁਆਰਾ ਇੱਕ ਆਮ ਸੰਸਥਾ ਨਹੀਂ ਹੈ, ਇਹ ਕੋਈ ਕਲੱਬ ਨਹੀਂ ਹੈ, ਇਹ ਕੋਈ ਸੁਸਾਇਟੀ ਨਹੀਂ ਹੈ, ਇਹ ਕੋਈ ਵੈਸੇ ਬਣਾਈ ਹੋਈ ਕੰਪਨੀ ਨਹੀਂ ਹੈ ਕਿ ਇਸ ਨੂੰ ਜਿੱਦਾਂ ਮਰਜ਼ੀ ਚਲਾ ਲਓ ਜਾਂ ਕੰਮ ਚਲਾਓ ਤਰੀਕੇ ਨਾਲ ਕਰ ਲਓ। ਕਿਉਂਕਿ ਇਸ ਦਾ ਮਕਸਦ ਹੈ ਗੁਰੂਦੁਆਰੇ ਦੇ ਵਿੱਚੋਂ ਹੀ ਸਾਨੂੰ ਸਾਰਾ ਕੁਝ ਅਧਿਆਤਮਕ, ਆਤਮਕ ਸਾਰਾ ਕੁਝ ਇੱਥੋਂ ਪ੍ਰਾਪਤ ਹੋਣਾ ਹੈ। ਗੁਰਦੁਆਰੇ ਦੇ ਉੱਤੇ ਲੱਗਾ ਹੋਇਆ ਨਿਸ਼ਾਨ ਸਾਹਿਬ, ਝੂਲਦਾ ਹੋਇਆ ਨਿਸ਼ਾਨ ਸਾਹਿਬ, ਇਹ ਇੱਕ ਨਿਸ਼ਾਨੀ ਹੈ ਕਿ ਜਿਵੇਂ ਸਮੁੰਦਰ ਦੇ ਵਿੱਚ ਜਾ ਰਹੇ ਇੱਕ ਚੱਲ ਰਹੇ ਜਹਾਜ਼ ਦੇ ਵਿੱਚ ਇੱਕ ਮਸਤੂਲ ਹੁੰਦਾ ਹੈ, ਇੱਕ ਸਭ ਤੋਂ ਉੱਚੀ ਜਿਹੜੀ ਚੀਜ਼ ਹੁੰਦੀ ਹੈ ਉਹ ਉਸ ਦਾ ਮਸਤੂਲ ਹੁੰਦਾ ਹੈ, ਔਰ ਉਹ ਦੂਰੋਂ ਪੰਛੀਆਂ ਨੂੰ ਇੱਕ ਇਸ਼ਾਰਾ ਦਿੰਦਾ ਹੈ ਕਿ ਇੱਥੇ ਤੁਹਾਡੇ ਬੈਠਣ ਦੀ ਥਾਂ ਹੈ, ਇੱਥੇ ਕੋਈ ਚੀਜ਼ ਹੈ। ਜਦੋਂ ਵੀ ਸਿੱਖ ਵੀ ਗੁਰਦੁਆਰੇ ਦੇ ਉਸ ਉੱਚੇ ਲਹਿਰਾ ਰਹੇ ਨਿਸ਼ਾਨ ਸਾਹਿਬ ਨੂੰ ਵੇਖਦਾ ਹੈ ਤਾਂ ਉਸ ਦੇ ਲਈ ਇੱਕ ਸੱਦਾ ਹੈ, आओ मिल गुरसिख, आओ मिल गुरु के प्यारे। एक सदा है जिहड़ा निशान साहब वो वाजा मारदा है। भाई साहब भाई कान सिंह जी नाभा जिहड़े महान विद्वान सन, मैं सिर्फ उन्हां दी एक लाइन दे विच उन्हां ने गुरुद्वारे दी भूमिका, गुरुद्वारे दा की होना चाहिए, गुरुद्वारे दे विच की होना चाहिए, वो उन्होंने दो लफ्ज़ां दे विच बयान किया है और जो कि कमाल दा है। वो कहते हैं अगर ये चीज़ां है तां ये गुरुद्वारा है। भाई साहब भाई कान सिंह जी लिखते हैं कि गुरु हरगोबिंद जी ने धर्मशाला की संज्ञा गुरुद्वारा थापी। इस तो पहला इसनूं धर्मशाला कहा जाता सी, पर गुरु हरगोबिंद साहब ने, गुरु अर्जन देव जी ने सचखंड श्री हरमंदर साहब नूं हरिमंदर कहा, उसनूं हरिमंदर कहा, पर गुरु हरगोबिंद साहब ने हर गुरुद्वारे की जिहड़ी धर्मशाला की संज्ञा गुरुद्वारा थाप दिती। भाई कान सिंह जी लिखते हैं कि गुरुद्वारे दे विच की होना चाहिए, जेकर ये शर्तां हन तां उसनूं असीं गुरुद्वारा कहीए। वो कहते हैं सिखां दा गुरुद्वारा विद्यार्थियों लई स्कूल, आत्म जिग्यासी वालियां लई ज्ञान उपदेशक, आचार्य, रोगियां लई शफाखाना, भुखियां लई अन्नपूर्णा, इस्त्री जाति की पत रखण लई लोहमई दुर्ग अते मुसाफरां लई विश्राम का स्थान है। जिथे विद्यार्थियों नूं विद्या मिल सके, जिथे रोगियां नूं इलाज हो सके, जिथे मुसाफर नूं रात रहण दी इजाज़त होए, जिथे आत्म जग्यासी लई उहदा ज्ञान वर्धक दा स्थान होए। अगर ये चीज़ां हन तां और किसी दी इज्जत लई वो एक लोहे दा किला बन जाए, फिर वो एक गुरुद्वारा है, तां असीं उसनूं गुरुद्वारा कहंदे हन। पर ये सारियां चीज़ां तां होणगीਆਂ जेकर उस दे प्रबंधक, जिवें असीं जिक्र कर रहे सी, भाई साहब भाई बाबा बुढ़ा जी, भाई मनी सिंह जी या बाबा गुरबख्श सिंह जी होण। बाबा गुरबख्श सिंह जी का असी आप नाल गलबात कर रहे सी। बाबा गुरबख्श सिंह जी दे नाल केवल 32 सिंह सन। जदों अहमद शाह अब्दाली का हमला सुनिया तां उसनूं भी सूइयां ने खबर दिती कि हरमंदर साहब दे विच तां निहंग सिंह सन
ਔਰ ਜਿਹੜੇ ਕਿ ਉੱਥੇ ਦੀ ਰਾਖੀ ਲਈ ਬਿਲਕੁਲ ਤਿਆਰ ਬਰ ਤਿਆਰ ਹਨ। ਉਹਨਾਂ ਦੀ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ, ਕਿਤਨੇ ਹਨ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਜਦੋਂ ਬਾਬਾ ਜੀ ਨੇ ਸੁਣਿਆ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਚੜ੍ਹ ਕੇ ਹਰਿਮੰਦਰ ਸਾਹਿਬ ਦੇ ਉੱਤੇ ਆ ਰਹੀਆਂ ਹਨ, ਸਭ ਨੂੰ ਚਾਅ ਚੜ੍ਹ ਗਿਆ। ਉਹ 32 ਸਿੰਘ ਇਕੱਤਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਔਰ ਉਹਨਾਂ ਨੇ ਜਦੋਂ ਬਾਬਾ ਜੀ ਨੇ ਉਹਨਾਂ ਨੂੰ ਮੁਖਾਤਬ ਹੋ ਕੇ ਕਿਹਾ ਕਿ ਹੁਣ ਸਮਾਂ ਹੈ ਕਿ ਸ਼ਹਾਦਤ ਦੇਣ ਦਾ, ਹੁਣ ਸਮਾਂ ਹੈ ਆਪਣਾ ਆਪ ਵਾਰਨ ਦਾ, ਤਾਂ ਉਸ ਵੇਲੇ ਇੱਕ ਸਿੰਘ ਨੇ ਖੜੇ ਹੋ ਕੇ ਕਿਹਾ, ਬਾਬਾ ਜੀ ਤੁਹਾਡੇ ਤੋਂ ਹੋਰ ਚੰਗਾ ਇਸ ਲਈ ਹੋਰ ਕੌਣ ਹੋ ਸਕਦਾ ਹੈ। ਬਾਬਾ ਜੀ ਨੇ ਸਿਰ ਝੁਕਾ ਦਿੱਤਾ, ਕਹਿਣ ਲੱਗੇ ਕਿ ਲਾੜਾ ਤਾਂ ਤੁਸੀਂ ਚੁਣ ਲਿਆ, ਦੂल्हा ਤਾਂ ਤੁਸੀਂ ਚੁਣ ਲਿਆ, ਹੁਣ ਸਰਬਾਲਾ ਵੀ ਆਓ। ਇੱਕ ਸਿੰਘ ਖੜਾ ਹੋ ਗਿਆ। ਬਾਬਾ ਜੀ ਕਹਿਣ ਲੱਗੇ ਦੂल्हा ਵੀ ਚੁਣ ਲਿਆ, ਲਾੜਾ ਵੀ ਚੁਣ ਲਿਆ, ਸਰਬਾਲਾ ਵੀ ਚੁਣ ਲਿਆ, ਹੁਣ ਜਾਂਜੀ ਵੀ ਆਓ। ਸਾਰੇ ਦੇ ਸਾਰੇ ਖੜੇ ਹੋ ਗਏ। ਪੰਥ ਪ੍ਰਕਾਸ਼ ਨੇ ਲਿਖਿਆ ਹੈ, ਉਹ ਸਾਰੇ ਸਿੰਘ ਬਾਬਾ ਜੀ ਦੀ ਅਗਵਾਈ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ। ਉੱਥੋਂ ਇੱਕ ਸਿਹਰਾ ਲੈ ਕੇ, ਅੱਜ ਇਹ ਸਿਹਰਾ ਜਿਹੜਾ ਸਕਾਰਥਾ ਹੈ, ਜਿਸ ਸਿਹਰੇ ਦਾ ਕੋਈ ਅਰਥ ਹੈ, ਜਿਹੜੀ ਸਿਹਰੇ ਦੀ ਕੋਈ ਕੀਮਤ ਹੈ, ਅੱਜ ਇਹ ਸਿਹਰਾ ਵੀ ਪਵਿੱਤਰ ਹੋ ਗਿਆ। ਹਰਿਮੰਦਰ ਸਾਹਿਬ ਤੋਂ ਉਹ ਸਿਹਰਾ ਲੈ ਕੇ ਬਾਬਾ ਜੀ ਦੇ ਸਿਰ ਦੇ ਉੱਤੇ ਸਜਾ ਦਿੱਤਾ ਗਿਆ, ਬਾਬਾ ਗੁਰਬਖਸ਼ ਸਿੰਘ ਜੀ ਦੇ। ਔਰ ਸਾਰੇ ਸਿੰਘ ਬਾਹਰ ਆਏ। ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਹਮਲਾ ਕੀਤਾ, ਉਸ ਦੇ ਨਾਲ ਉਸ ਦਾ ਇਤਿਹਾਸਕਾਰ, ਉਸਨੇ ਉਹ ਸਾਰੀ ਲੜਾਈ ਨੂੰ ਖੁਦ ਕਲਮਬੱਧ ਕੀਤਾ ਹੈ। ਉਹ ਕਹਿੰਦਾ ਹੈ ਕਿ ਮੈਂ ਖੁਦ ਵੇਖ ਰਿਹਾ ਹਾਂ ਕਿ ਇਹ ਸਿੰਘ ਇਸ ਤਰ੍ਹਾਂ ਲੜ ਰਹੇ ਹਨ ਕਿ ਇਹਨਾਂ ਦੇ ਅੰਦਰ ਡਰ, ਭੈ, ਚਿੰਤਾ, ਲਾਲਚ ਕੁਛ ਵੀ ਨਹੀਂ ਹੈ। ਇਹ ਤਾਂ ਇਸ ਤਰ੍ਹਾਂ ਲੜ ਰਹੇ ਹਨ ਜਿਵੇਂ ਕੋਈ ਆਪਣਾ ਫਰਜ਼ ਅਦਾ ਕਰ ਰਹੇ ਹਨ, ਜਿਵੇਂ ਕੋਈ ਆਪਣਾ ਕਾਰਜ ਪੂਰਾ ਕਰ ਰਹੇ ਹਨ, ਜਿਵੇਂ ਕੋਈ ਆਪਣੀ ਦਿੱਤੀ ਹੋਈ ਡਿਊਟੀ ਨੂੰ ਪੂਰਾ ਕਰ ਰਹੇ ਹਨ। ਬਾਬਾ ਜੀ ਨੇ ਉਹ ਆਹੂ ਲਾਹੇ। ਅਖੀਰ ਦੇ ਵਿੱਚ ਜੋ ਇਤਿਹਾਸ ਵਿੱਚ ਦੁਸ਼ਮਣ ਦੇ ਵੀ ਇਤਿਹਾਸ ਨੇ ਅੰਕਿਤ ਕੀਤਾ, ਜੋ ਪੰਥ ਪ੍ਰਕਾਸ਼ ਵਿੱਚ ਵੀ ਲਿਖਿਆ। ਬਾਬਾ ਜੀ ਕਹਿਣ ਲੱਗੇ, ਹੇ ਗੁਰੂ ਤੇਗ ਬਹਾਦਰ ਜੀ, ਤੁਸੀਂ ਇਸ ਸਥਾਨ ਦੇ ਉੱਤੇ ਮਸੰਦਾਂ ਨੇ ਤੁਹਾਨੂੰ ਅੰਦਰ ਨਹੀਂ ਸੀ ਆਉਣ ਦਿੱਤਾ, ਤੁਸੀਂ ਬਾਹਰੋਂ ਹੀ ਨਤਮਸਤਕ ਹੋ ਕੇ ਚਲੇ ਗਏ ਸੀ। ਉਸ ਵੇਲੇ ਦੀ ਗੱਲ ਕਹੀ ਹੋਈ ਸੀ, ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗਨ ਕੀ ਅੰਤਰ ਸੜੀਏ। ਇਹ ਜਿਹੜੇ ਹਰਿਮੰਦਰ ਦੇ ਦੁਆਲੇ, ਇਹ ਜਿਹੜੇ ਗੁਰਦੁਆਰੇ ਦੇ ਦੁਆਲੇ ਕਈ ਵਾਰ ਮਸੰਦ ਬੈਠ ਜਾਂਦੇ ਹਨ। ਇਹ ਸੱਪ ਦੀ ਤਰ੍ਹਾਂ ਕਈ ਵਾਰ ਗੁਰਦੁਆਰਿਆਂ ਦੇ ਦੁਆਲੇ ਲਿਪਟ ਜਾਂਦੇ ਹਨ। ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗਨ ਕੀ ਅੰਤਰ ਸੜੀਏ, ਇਹ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹਨ। ਉਸ ਵੇਲੇ ਮਸੰਦਾਂ ਨੇ ਇਹ ਮਸ਼ਹੂਰ ਕਰ ਦਿੱਤਾ ਕਿ ਗੁਰੂ ਸਾਹਿਬ ਨੇ ਕਿਹਾ ਅੰਮ੍ਰਿਤ ਸਰੀਏ ਅੰਦਰ ਸੜੀਏ। ਇਹ ਨਹੀਂ ਜੋ ਸਹੀ ਤੁਕ ਸੀ, ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗਨ ਕੀ ਅੰਤਰ ਸੜੀਏ। ਬਾਬਾ ਗੁਰਬਖਸ਼ ਸਿੰਘ ਜੀ ਨੇ ਬੇਨਤੀ ਕੀਤੀ, ਹੇ ਗੁਰੂ ਤੇਗ ਬਹਾਦਰ ਜੀ, ਮੇਰੀ ਇੱਕ ਅਰਦਾਸ ਹੈ, ਮੇਰਾ ਚਿੱਤ ਕਰਦਾ ਹੈ ਕਿ ਜਿਵੇਂ ਤੁਸੀਂ ਆਪਣਾ ਸੀਸ ਵਾਰਿਆ ਸੀ, ਮੈਂ ਵੀ ਉਸ ਤਰ੍ਹਾਂ ਹੀ ਆਪਣਾ ਸੀਸ ਵਾਰਾਂ। ਬਾਬਾ ਜੀ ਨੇ ਇਤਿਹਾਸ ਵਿੱਚ ਲਿਖਿਆ, ਬਾਬਾ ਜੀ ਨੇ ਆਪਣੇ ਦੋਵੇਂ ਹੱਥ ਪਿੱਛੇ ਕੀਤੇ, ਹਰਿਮੰਦਰ ਸਾਹਿਬ ਵੱਲ ਬਾਹਰ ਆ ਕੇ ਗੋਡਿਆਂ ਪਾਰ ਹੋ ਕੇ ਉਹਨਾਂ ਨੇ ਸੀਸ ਪਰਿਕਰਮਾ ਦੇ ਵਿੱਚ ਰੱਖ ਦਿੱਤਾ, ਔਰ ਉਸੇ ਵੇਲੇ ਉਹਨਾਂ ਦਾ ਸੀਸ ਉਹਨਾਂ ਦੇ ਧੜ ਤੋਂ ਵੱਖ ਹੋ ਗਿਆ। ਇਹ ਸਾਰਾ ਇਤਿਹਾਸ ਫਿਰ ਦੁਹਰਾਇਆ ਗਿਆ ਜਦੋਂ ਮਹੰਤਾਂ ਨੇ ਬਿਲਕੁਲ ਇਸੇ ਤਰੀਕੇ ਦੇ ਨਾਲ 150 ਸਿੰਘਾਂ ਨੂੰ ਨਨਕਾਣਾ ਸਾਹਿਬ ਵਿੱਚ ਸ਼ਹੀਦ ਕੀਤਾ। ਗੁਰਦੁਆਰਿਆਂ ਨੂੰ ਹਾਸਲ ਕਰਨ ਲਈ ਸਿੱਖਾਂ ਨੇ ਬੜੀ ਕੀਮਤ ਅਦਾ ਕੀਤੀ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬੜੀ ਕੀਮਤ ਅਦਾ ਕੀਤੀ, ਆਪਣੀਆਂ ਜਾਨਾਂ ਵਾਰੀਆਂ, ਸਭ ਕੁਝ ਵਾਰਿਆ। ਪਰ ਉਹਦੇ ਬਾਅਦ ਨਿਯਮ ਦਿੱਤਾ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਵੇ। ਗੁਰਦੁਆਰੇ ਦੀ ਸੇਵਾ ਖਾਲਸਾ ਕਰ ਸਕਦਾ ਹੈ।
होर कोई नहीं कर सकता। किसी नूं जाण ते, किसी नूं हाज़री भरन ते, किसी नूं हर गुरुद्वारे दे विच शामिल होण तो कोई नहीं रोक सकता। हर किसी लई वो दरवाजे खुले हैं, पर उसकी सेवा संभाल का दान ये खालसे नूं है। सेवा संभाल दे लई किहड़ियां शर्तां हैं, समय समय दे उत्ते पंथ ने वो नीयत कीतियां। जदों श्रोमणी गुरुद्वारा प्रबंधक कमेटी बनी, उस वेले कौम सांझी सी, कौम इकट्ठी सी, विद्वान एक सन। उन्होंने जो शर्त नीयत की वो सी कि गुरुद्वारे का प्रबंधक केवल तैयार बर तैयार अमृतधारी सिंह चाहिए है, दूसरा प्रबंधक नहीं हो सकता, मैंबर नहीं बन सकता। पटना साहब हालां पंजाब तो कितनी दूर है, उत्थे तो वोटर लिए भी शर्त है कि वोटर भी तैयार बर तैयार और अमृतधारी होना चाहिए। यही शर्त तैयार बर तैयार मैंबर दी हजूर साहब भी है। पंथ ने इस दे अलावा समय समय के उत्ते 3 हुक्मनामे जारी किए। श्रोमणी गुरुद्वारा प्रबंधक कमेटी ने मते पास किए। वो मते असी ब्रेक के बाद आपना साझे करांगे, नाल ही असी तुहाड़ियां कॉल्स भी लवांगे, तुहाडे विचार लवांगे कि की कोई गैर सिख या जिहड़ा सिੱਖੀ विच परपक्क नहीं है या गुरु ग्रंथ साहिब नूं गुरु नहीं मनदा, कि वो गुरु किसी गुरुद्वारे का मैंबर हो सकता है, कि वो प्रबंधक हो सकता है। इस दे बारे असी आप नाल जरूर विचार साझे करांगे। ब्रेक के बाद तुसी सानू कॉल कर सकते हो 7187865221 दे उत्ते, और तुहाडे विचार साडे लई बहुत कीमती हैं, ताकि इस महत्वपूर्ण और ख़ास अहम मुद्दे दे उत्ते तुसी अपने विचार जरूर दिओ, जरूर साझे करो कि तुसी इस मसले नूं किस नज़रिए नाल देखते हो। एक ब्रेक, उहदे बाद मुड़ हाज़र होंगे। जस पंजाबी दे सूझवान दर्शकों का मते गुरमते अते हुक्मनामे प्रोग्राम दे विच निੱਘਾ स्वागत है। एक गल कहनी बड़ी ज़रूरी है। भाई गुरदास जी गुरबाणी के व्याख्याकार, गुरबाणी की कुंजी, उन्हां दे कोल सारा वो ज्ञान जो गुरबाणी के मुतलक है, असी उन्हां दी गल करांगे। पर उस दे नाल जिहड़े वो 3 मते हैं वो असी आप तक जरूर साझे करने हैं। पहला मता 7 जनवरी 1945 का ये पंथ का मता है कि 77 सिंह सभा आगरा की पत्रिका पेश होकर प्रमाण होया कि किसी गैर सिख नूं सिंह सभा या किसी सिख सोसाइटी का अहुदेदार नहीं होना चाहिए, बनाना चाहिए। दूजा मता सिख धर्म अनुसार जो प्राणी श्री गुरु ग्रंथ साहिब नूं 10वें पातशाह श्री गुरु गोबिंद सिंह साहब के उपरंत गुरगद्दी पर विराजमान जुगो जुग नहीं मनता, अते जो श्री गुरु नानक देव जी महाराज तो लैके 10वें पातशाह श्री गुरु गोबिंद सिंह साहब 10 सतगुरां की तुलना किसी होर प्राणी नूं दिंदा है, जां श्री गुरु ग्रंथ साहिब तो बिना किसी देहधारी नूं श्री गुरु ग्रंथ साहिब जी की गुरगद्दी पर विराजमान समझदा है, वो सिੱਖੀ दे दायरे तो खारिज नहीं, पर वो तनखाईया है। तो जब तक अपनी भुल ना बख्शावे वो पंथ की किसी धार्मिक जथेबंदी का मैंबर नहीं हो सकता। तीसरा मता 6 अप्रैल 1950 का ਸਕੱਤਰ साहब श्री गुरु सिंह सभा बंबई की चिट्ठी 1369 मिति 9 जनवरी 1950 राही, जिस विच कुछ संप्रदावां के मैंबरां का सिंह सभावां के मैंबर बनने बारे पुछ की गई सी, पेश होकर प्रमाण होया कि जिहड़ा सिंह 10 गुरु साहिबान ते श्री गुरु ग्रंथ साहिब तो बिना किसी होर देहधारी नूं गुरु मनदा है, वो मैंबर नहीं बन सकता। ये पंथ का नियम है, ये पंथ का फैसला है। एक गल अखीर विच कहनी जरूर है, भाई गुरदास जी ने एक कमाल की गल कही है। वो कहते हैं
ਕਿ ਜੇ ਬਾਹਰ ਅੱਗ ਲੱਗ ਜਾਏ ਉਸ ਨੂੰ ਨਦੀ ਦੇ ਪਾਣੀ ਨਾਲ ਬੁਝਾਇਆ ਜਾ ਸਕਦਾ ਹੈ, ਪਰ ਜੇਕਰ ਨਦੀ ਵਿੱਚ ਚਲਦੀ ਹੋਈ ਬੇੜੀ ਵਿੱਚ ਅੱਗ ਲੱਗ ਜਾਏ ਫਿਰ ਕੀ ਕਰੋਗੇ? ਭਾਈ ਸਾਹਿਬ ਕਹਿੰਦੇ ਹਨ ਕਿ ਜੇ ਬਾਹਰ ਅਗਰ ਡਾਕੂਆਂ ਦਾ ਡਰ ਹੋਏ, ਤੁਸੀਂ ਕਿਲੇ ਵਿੱਚ ਜਾਓ, ਜੇ ਕਿਲੇ ਵਿੱਚ ਰਾਜਾ ਹੀ ਲੁੱਟਣ ਲੱਗ ਪਵੇ ਫਿਰ ਤੁਸੀਂ ਕਿੱਥੇ ਜਾਓਗੇ? ਭਾਈ ਸਾਹਿਬ ਕਹਿੰਦੇ ਹਨ ਕਿ ਚੋਰਾਂ ਤੋਂ ਡਰਦਿਆਂ ਤੁਸੀਂ ਰਾਜੇ ਦੀ ਸ਼ਰਨ ਵਿੱਚ ਜਾਓ, ਜੇ ਰਾਜਾ ਹੀ ਲੁਟੇਰਾ ਹੋਏ ਫਿਰ ਤੁਸੀਂ ਕਿੱਥੇ ਜਾਓਗੇ? ਇਹ ਸਾਰੇ ਹਵਾਲੇ ਭਾਈ ਗੁਰਦਾਸ ਜੀ ਦਿੰਦੇ ਹਨ। ਬਾਹਰ ਕੀ ਅਗਨ ਬੂਝਤ ਜਲ ਸਰਤਾ ਕੇ, नाव में जो आग लागे कहो कह बुझाइए। भाई साहब कहते हैं बाहर से भाग ओट लीजिए कोटगढ़, गढ़ में जो लूट लीजिए कहो कत जाइए। चोरन के त्रास जाए सरन गहे नरिंद, मारे महीपत जियो कैसे कह बचाइए। अखीर दे विच भाई साहब कहते हैं कि जे माया तो डरदे आ, माया दे तराया होया, माया तो दुखी हो के जे गुरुद्वारे जाओ तो जे उत्थे भी माया दा ही रोला होए फिर असी कित्थे जावांगे। माया डर डर पत हार गुरुद्वारे जावे, तहां जो व्यापे माया कहो कत ठहराइए। ये स्नेहा है, एक चेतावनी है, एक साडे लई चानण मुनारा है। असी कुछ हासिल करिए, अपना फर्ज अदा करिए। गुरुद्वारा पवित्र स्थान है, गुरु नाल जोड़न दा। ਇਹ ਨਾ ਹੋਏ ਕਿ ਅਸੀਂ ਇਸ ਤੋਂ ਵਾਂਝੇ ਰਹਿ ਜਾਈਏ। ਸਮਾਂ ਹੈ ਆਪ ਦੀਆਂ ਕਾਲਸ ਦਾ। ਹੈਲੋ, ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਹਾਂ, ਪਿਆਰਾ ਸਿੰਘ ਬੋਲਦਾ ਜੀ, ਮਿਸੀਪੀ ਤੋਂ। ਹਾਂਜੀ ਹਾਂਜੀ ਜੀ ਆਇਆਂ ਨੂੰ। ਦੋ ਬੇਨਤੀਆਂ ਕਰਨੀਆਂ। ਪਹਿਲਾਂ ਗੁਰਦੁਆਰਾ ਪ੍ਰਬੰਧ ਦੇ ਬਾਰੇ ਹੈ। ਹਾਂਜੀ, ਇਹ ਗੁਰਦੁਆਰਾ ਪ੍ਰਬੰਧ ਉੱਤੇ ਸਮੁੱਚੇ ਸਿੱਖ ਜਗਤ ਦੇ ਵਿੱਚ ਪੂਰੇ ਸੰਸਾਰ ਵਿੱਚ ਦੇਖ ਰੇਖ ਲਈ ਜੀ ਇੱਕ ਸਮੁੱਚੇ ਸਿੱਖ ਜਗਤ ਦੀ 500 ਮੈਂਬਰ ਦੀ ਸ਼੍ਰੋਮਣੀ ਪੰਥਕ ਖਾਲਸਾ ਕਮੇਟੀ ਬਣਾਈ ਜਾਵੇ ਜੀ। ਸ਼੍ਰੋਮਣੀ ਪੰਥਕ ਖਾਲਸਾ ਕਮੇਟੀ ਜਾਂ ਇਸ ਤੋਂ ਵੀ ਵਧੀਆ ਨਾਂ ਚੁਣ ਕੇ ਇੱਕ ਸੁਪਰੀਮ ਕਮੇਟੀ ਬਣਾਈ ਜਾਵੇ ਜੀ। ਉਸ ਦਾ ਆਪਣਾ ਦਫ਼ਤਰ ਹੋਵੇ, ਆਪਣਾ ਵਿਧਾਨ ਹੋਵੇ ਜੀ, ਜੋ ਹਰ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਉੱਤੇ ਲਾਗੂ ਹੋਵੇ। ਹਾਂਜੀ, ਜੋ ਚੁਣਾਵ ਕਰਨਾ, ਕਮੇਟੀ ਦਾ ਬਦਲੀ ਕਰਨਾ, ਰੱਖਣਾ ਨਹੀਂ ਰੱਖਣਾ, ਜੋ ਵੀ ਹੈ ਉਹ ਉਸ ਦੀ ਦੇਖ ਰੇਖ ਵਿੱਚ ਕੰਮ ਹੋਵੇ। ਚੁਣਾਵ ਦਾ ਕੰਮ ਜੀ ਜੀ ਜੀ, ਕੋਈ ਮਸਲਾ ਹੋਵੇ ਉਸ ਦਾ ਨਿਰਣਾ ਉਸ ਕਮੇਟੀ ਦਾ ਮੰਨਿਆ ਜਾਵੇ। ਜੀ 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 ਜੀ। ਲੋਕਲ ਕਮੇਟੀਆਂ ਉਸ ਦੇ ਅੰਡਰ ਕੰਮ ਕਰਨ। ਹਾਂਜੀ ਹਾਂਜੀ। ਹਰ ਇੱਕ ਦੇਸ਼ ਵਿੱਚ ਇਹ ਜਿਹੜੀ ਸੁਪਰੀਮ ਕਮੇਟੀ ਹੈ, ਇਸ ਦੇ 5 ਮੈਂਬਰ ਜਿਹੜੇ ਹੈ ਉਹ ਆਪਣੀ ਸਾਰੀ ਦੇਖ ਤੁਹਾਡੇ ਸੁਝਾਅ ਬੜੇ ਅੱਛੇ ਹੈ। ਤੁਸੀਂ ਵੇਰਵੇ ਸਹਿਤ ਲਿਖ ਕੇ ਨਾ, ਮੇਰਾ ਖਿਆਲ ਹੈ ਤੁਸੀਂ ਇਹਨੂੰ ਸਰਕੂਲੇਟ ਕਰੋ ਪੰਥਕ ਸੰਸਥਾਵਾਂ ਨੂੰ, ਔਰ ਤਾਂ ਕਿ ਉਹ ਇਸ ਨੂੰ ਗੰਭੀਰਤਾ ਨਾਲ ਵਿਚਾਰ ਕਰ ਸਕਣ। ਤੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਬੇਨਤੀ ਹੈ, ਇਹ ਮੰਗ ਸ਼ੁਰੂ ਤੋਂ ਰਹੀ ਹੈ ਜਦੋਂ 1925 ਵਿੱਚ ਵੀ ਸਾਰੇ ਵਿਸ਼ਵ ਦਾ ਇੱਕ ਪ੍ਰਬੰਧ ਹੋਏ ਤਾਂ ਕਿ ਰਹਿਤ ਮਰਿਆਦਾ ਦੀ ਇਕਸਾਰਤਾ ਹੋ ਸਕੇ। ਔਰ ਬੜੀ ਮੁਸ਼ਕਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਪਰ ਉਹਦੇ 'ਚੋਂ ਫਿਰ ਪਹਿਲਾਂ ਪਾਕਿਸਤਾਨ ਦੇ ਗੁਰਦੁਆਰੇ ਨਿਕਲ ਗਏ, ਫਿਰ ਹੋਰ ਨਿਕਲ ਗਏ। ਹੁਣ ਤਾਂ ਉਹਦੇ ਵਿੱਚੋਂ ਹੁਣ ਹਰਿਆਣੇ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਵਿੱਚੋਂ ਕੱਢ ਦੇਣ ਦੀ, ਬਲਕਿ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਜਿਹੜੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ। ਸਾਰੇ ਵਿਸ਼ਵ ਦੀ ਗੱਲ ਹੋ ਸਕੇ ਤਾਂ ਬਹੁਤ ਮੁਬਾਰਕ ਹੈ, ਔਰ ਵਾਹਿਗੁਰੂ ਕਿਰਪਾ ਕਰੇ ਕਦੀ ਐਸਾ ਦਿਨ ਆਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਤੁਹਾਡਾ ਨਾ ਤੁਸੀਂ ਵਿਸਥਾਰ ਸਹਿਤ ਲਿਖ ਕੇ ਭੇਜੋ। ਤੁਹਾਡੇ ਵਿਚਾਰ ਬੜੇ ਚੰਗੇ ਹੈ, ਪਰ ਉਹ ਵਿਸਥਾਰ ਮੰਗਦੇ ਹੈ। ਸਾਨੂੰ ਇਜਾਜ਼ਤ ਦਿਓ ਜੇ ਅਸੀਂ ਥੋੜੇ ਜਿਹੇ ਕਾਲਰਸ ਨੂੰ ਹੋਰ ਲੈ ਲਈਏ। ਇੱਕ ਮਿੰਟ, ਇਹ 2 ਵਾਰੀ ਪਹਿਲਾਂ ਸ਼ੇਰੇ ਪੰਜਾਬ 'ਚ ਮੈਂ ਦਿੱਤੀਆਂ, ਲਿਖ ਕੇ ਛਾਪ ਦਿੱਤੀਆਂ ਉਹਨਾਂ ਨੇ। ਹਾਂਜੀ, ਪੂਰੇ ਤੁਸੀਂ ਸ਼੍ਰੋਮਣੀ ਸ਼ੇਰੇ ਪੰਜਾਬ ਤੋਂ ਲੈ ਕੇ ਇੰਡੀਆ ਤੱਕ। ਠੀਕ ਹੈ ਜੀ, ਤੁਸੀਂ ਸ਼੍ਰੋਮਣੀ ਕਮੇਟੀ ਨੂੰ ਬਾਰੇ ਉਹਨਾਂ ਨੂੰ ਯੋਜਨਾ ਦਿੱਤੀ, ਪੂਰੇ ਸੰਸਾਰ ਨੂੰ 5 ਜ਼ੋਨ ਵਿੱਚ ਵੰਡੋ। ਮੈਂ ਬੇਨਤੀ ਕਰ ਰਿਹਾ ਤੁਸੀਂ ਆਪਣਾ ਵਿਸਥਾਰ ਸਹਿਤ ਉਹਨਾਂ ਨੂੰ ਜ਼ਰੂਰ ਭੇਜ ਦਿਓ, ਤੁਹਾਡੀ ਗੱਲ ਜ਼ਰੂਰ ਉਸ ਨੂੰ ਵਿਚਾਰਨਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ, ਹਾਂਜੀ ਜੀ, ਵਾਹ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਗੁਰਮੀਤ ਸਿੰਘ ਬੋਲ ਰਿਹਾ ਜੀ, ਲਾਂਬਾ ਸਾਹਿਬ ਨਾਲ ਗੱਲ ਬੋਲ ਰਿਹਾ ਜੀ। ਮੈਂ ਕਿੱਥੋਂ ਬੋਲ ਰਹੇ ਹੋ ਜੀ? ਮੈਂ ਇੱਥੋਂ ਨਿਊਯਾਰਕ ਤੋਂ ਬੋਲ ਰਿਹਾ ਜੀ। ਹਾਂਜੀ, ਹੁਕਮ ਕਰੋ ਵੀਰ ਜੀ। ਅੱਛਾ, ਬੇਨਤੀ ਹੈ ਕਿ ਛੇਤੀ ਨਾਲ ਫੋਨ ਕੱਟਣ ਦੀ ਕੋਸ਼ਿਸ਼ ਨਾ ਕਰਿਓ। ਤੁਸੀਂ ਸ਼ਾਰਟ ਰੱਖੋਗੇ ਤੇ ਫਿਰ ਸ਼ਾਰਟ ਰੱਖਾਂਗੇ, ਲੇਕਿਨ ਸੱਚ ਕਹਾਂਗੇ, ਸੰਖੇਪ ਵਿੱਚ। ਹਾਂਜੀ ਬੋਲੋ, ਕੋਈ ਗੱਲ ਨਹੀਂ, ਤੁਸੀਂ ਬੋਲੋ ਕੀ ਕਹਿਣਾ ਚਾਹੁੰਦੇ ਹੋ। ਅੱਛਾ, ਇਸ ਗੁਰੂ ਦੇ ਪ੍ਰਬੰਧ ਦੇ ਵਿੱਚ ਜਿਹੜੀ ਗੁਰੂ ਦੀ ਕਸਮ ਖਾਣਾ, ਉਹਦੀ ਕੀ ਅਹਿਮੀਅਤ ਰੱਖਦੇ ਹੋ ਤੁਸੀਂ? ਉਹਦਾ ਕੀ ਜਵਾਬ ਦੇਣਾ ਚਾਹੁੰਦੇ ਹੋ ਤੁਸੀਂ? ਗੁਰੂ ਦੀ ਕਸਮ ਖਾਣਾ, ਗੁਰੂ ਦਰਬਾਰ ਦੇ ਵਿੱਚ ਜਦੋਂ ਪ੍ਰਬੰਧ ਕਰਨਾ ਹੈ ਜੀ, ਅਸੀਂ
ਪ੍ਰਬੰਧ ਕਰਨ ਲਈ ਉਸ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਹਾਜ਼ਰ ਨਾਜ਼ਰ ਹੋ ਕੇ ਕੋਈ ਕਸਮ ਲੈਂਦੇ ਆ ਜੀ, ਤਾਂ ਉਸ ਦਾ ਕੀ ਮਹੱਤਵ? ਦੇਖੋ ਦੋ ਗੱਲਾਂ ਹੈਗੀਆਂ। ਮੇਰਾ ਆਪਣਾ ਨਿੱਜੀ ਵਿਚਾਰ ਹੈ, ਮੈਂ ਨਹੀਂ ਕਹਿ ਸਕਦਾ, ਮੈਂ ਅਥਾਰਟੀ ਨਹੀਂ ਹਾਂ, ਪਰ ਜੇ ਤਾਂ ਅਗਰ ਇਸ ਭਾਵਨਾ ਨਾਲ ਹੈ, ਹੇ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਹਿੰਮਤ ਬਖਸ਼ ਕਿ ਮੈਂ ਇਸ ਮਾਰਗ ਦੇ ਉੱਤੇ ਤੁਰ ਸਕਾਂ, ਇਹ ਮੈਂ ਤੇਰੇ ਨਾਲ ਅੱਜ ਇਕਰਾਰ ਕਰਦਾ, ਇਹ ਫਿਰ ਗੁਰੂ ਦੀ ਕਸਮ ਨਹੀਂ ਹੈ ਬਲਕਿ ਇੱਕ ਜੋਦੜੀ ਹੈ, ਇੱਕ ਬੇਨਤੀ ਹੈ। ਮੈਂ ਮੰਨਦਾ, ਪਰ ਅਸੀਂ ਜਦੋਂ ਇਹ ਲੈ ਲੈਂਦੇ ਆ ਫਿਰ ਵੀ ਅਸੀਂ ਗਲਤ ਕੰਮ ਕਰਦੇ ਆ। ਦੇਖੋ ਉਹ ਫਿਰ ਜਿਹੜਾ ਦੇਣਦਾਰ ਹੈ ਗੁਰੂ ਦਾ, ਇਹਦੇ ਤੇ ਖੈਰ ਕੋਈ ਗੱਲ ਹੀ ਕੋਈ ਨਹੀਂ ਗੀ। ਅਗਰ ਇਹ ਅਸੀਂ ਉਹਦੀ ਹਮਾਇਤ ਕਰਦੇ ਆ ਜੀ, ਉਹ ਦੇਣਦਾਰ ਹੈ ਜੀ, ਇੱਥੇ ਬੈਠੇ ਟੀਵੀ ਤੇ ਵੀ ਉਹਦੀ ਹਮਾਇਤ ਕਰਦੇ ਆ, ਫਿਰ ਦੇਣਦਾਰ ਕੌਣ ਹੈ? ਕੌਣ ਹਮਾਇਤ ਕਰਦਾ ਹੈ? ਕਿਸੇ ਦੀ ਅੱਜ ਤੱਕ ਇਸ ਟੀਵੀ ਪ੍ਰੋਗਰਾਮ ਤੋਂ ਕਦੀ ਕਿਸੇ ਦੀ ਨਾ ਹਮਾਇਤ, ਪਤਾ ਹੁੰਦੇ ਹੋਏ ਵੀ ਕੀ ਗਲਤ ਹੈ ਕੀ ਠੀਕ ਹੈ, ਫਿਰ ਵੀ ਤੁਸੀਂ ਹਮਾਇਤ ਕਰਦੇ ਹੋ। ਤੁਸੀਂ ਬੇਨਤੀ ਹੈ ਗੋਲ ਮੋਲ ਨਾ ਕਰੋ, ਤੁਸੀਂ ਸਿੱਧੀ ਗੱਲ ਜਿਹੜੀ ਹੈਗੀ ਨਾ ਸਪਸ਼ਟ ਸਾਨੂੰ ਜ਼ਰੂਰ ਕਰੋ, ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ। ਹਾਂਜੀ, ਬਹੁਤ ਬਹੁਤ ਧੰਨਵਾਦ। ਹੈਲੋ ਲਾਂਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਤਰਲੋਕ ਸਿੰਘ ਸਾਂਸਰਾ ਬੋਲ ਰਿਹਾ। ਹਾਂਜੀ ਸਾਂਸਰਾ ਸਾਹਿਬ ਜੀ ਆਇਆਂ ਨੂੰ, ਕੀ ਹਾਲ ਹੈ? ਕਿ ਤੁਸੀਂ ਉੱਥੇ ਆਓ ਸਟੂਡੀਓ 'ਚ ਤੇ ਬੈਠ ਕੇ ਗੱਲ ਕਰਾਂਗੇ। ਹਾਂਜੀ ਹਾਂਜੀ, ਤੇ ਅੱਜ ਮੇਰੀ ਲਾਈਨ ਮਿਲ ਗਈ ਆ ਤੇ ਮੈਨੂੰ ਪਤਾ ਕਿ ਤੁਸੀਂ ਮੈਨੂੰ 2 ਮਿੰਟ ਦੇ ਹੀ ਦਿਓਗੇ। ਠੀਕ ਹੈ, 1.5 ਮਿੰਟ ਦਿਆਂਗੇ ਕਿ ਮੈਂ ਹੁਣ ਗੱਲ ਕਰ ਰਿਹਾ ਕਿਉਂਕਿ 1.5 ਮਿੰਟ। ਹਾਂਜੀ, 10 ਮਿੰਟ ਦੇ ਵਿੱਚ ਤਾਂ ਗੱਲ ਖਤਮ ਨਹੀਂ ਹੁੰਦੀ। ਜੀ ਜੀ, ਹੁਕਮ ਕਰੋ। ਪਹਿਲੀ ਗੱਲ ਤਾਂ ਇਹ ਹੈ ਕਿ ਜੋ ਤੁਸੀਂ ਹੁਕਮਨਾਮੇ ਦੱਸਦੇ ਹੋ ਸਾਨੂੰ ਕਾਫੀ ਨੌਲੇਜ ਆ ਰਹੀ ਹੈ ਜੀ। ਜਿਹੜੀਆਂ ਗੱਲਾਂ ਦਾ ਮੈਨੂੰ ਨਹੀਂ ਸੀ ਪਤਾ ਸਾਰੀ ਉਮਰ, ਉਹ ਹੁਣ ਪਤਾ ਲੱਗ ਗਈਆਂ ਨੇ ਜੀ। ਲੇਕਿਨ ਦੂਸਰੇ ਪਾਸੇ ਇਹ ਹੈ ਕਿ ਅਗਰ ਅਸੀਂ ਇਸੇ ਅਸੂਲ ਦੇ ਮੁਤਾਬਕ ਚੱਲਣਾ ਹੈ ਕਿ ਸਿਰਫ ਅੰਮ੍ਰਿਤਧਾਰੀ ਸਿੱਖ ਜਿਹੜੇ ਨੇ ਜੀ, ਉਹ ਚਾਹੇ ਝੂਠੇ ਹੋਣ, ਚਾਹੇ ਪਖੰਡੀ ਹੋਣ, ਚਾਹੇ ਕੁਝ ਵੀ ਹੋਣ, ਉਹੀਓ ਸਿਰਫ ਗੁਰਦੁਆਰੇ ਨੂੰ ਚਲਾ ਸਕਦੇ ਆ ਜੀ, then we are on a wrong track। ਜੀ ਜੀ ਔਰ ਜੀ, ਅਗਰ ਤੁਸੀਂ ਮੇਰੀ ਗੁਸਤਾਖੀ ਮਾਫ ਕਰੋ, ਜੇ ਅਸੀਂ ਗੁਰਦੁਆਰੇ ਇੱਥੇ ਅਮਰੀਕਾ 'ਚ, ਮੈਂ ਫਿਲੀਪੀਨ 'ਚ ਗਿਆ, ਕੈਨੇਡਾ 'ਚ ਗਿਆ, ਈਵਨ ਅਮਰੀਕਾ ਦੇ ਜਿਹੜੇ ਗੁਰਦੁਆਰੇ ਨੇ ਜਿਹੜੇ ਵੀ ਚਾਲੂ ਹੋਏ ਆ, ਜੀ, ਪਹਿਲੇ ਵੈਨਕੂਵਰ ਦਾ ਗੁਰਦੁਆਰਾ ਜਿਹੜਾ ਚਾਲੂ ਹੋਇਆ, ਜੀ ਜੀ, ਤੁਹਾਨੂੰ ਪਤਾ ਉਹ ਕੋਈ ਅੰਮ੍ਰਿਤਧਾਰੀ ਸਿੱਖ ਸੀਗੇ ਜਿਹਨਾਂ ਨੇ ਚਾਲੂ ਕੀਤਾ ਸੀ। ਠੀਕ। ਮੈਂ ਇਹਦਾ ਤੁਹਾਨੂੰ ਸਿਰਫ ਇੱਕੋ ਹੀ ਗੱਲ ਕਹਿ ਸਕਦਾ ਕਿ ਤੁਹਾਨੂੰ ਰਿਆਇਤ ਮੈਂ ਨਹੀਂ ਦੇ ਸਕਦਾ, ਮੈਂ ਤਾਂ ਸਿਰਫ ਆਪਣੇ ਹੁਕਮਨਾਮੇ ਪੰਥ ਦੇ ਮਤੇ ਪੇਸ਼ ਕਰ ਰਿਹਾ, ਬਾਕੀ ਫੈਸਲਾ ਤੁਸੀਂ ਕਰਨਾ, ਸੰਗਤ ਨੇ ਕਰਨਾ, ਪੰਥ ਨੇ ਕਰਨਾ। ਮੈਂ ਤਾਂ ਉਹ ਦੱਸ ਰਿਹਾ ਜਿਹੜੀ ਫਿਰ ਅਰਦਾਸ ਦੇ ਵਿੱਚੋਂ ਵੀ ਸਾਨੂੰ ਕੱਟਣੀਆਂ ਪੈਣਗੀਆਂ ਲਾਈਨਾਂ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਮਿਲੇ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਤੁਸੀਂ ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ। ਹਾਂਜੀ, ਕੌਣ ਬੋਲ ਰਹੇ ਜੀ? ਹੈਲੋ, ਹਾਂਜੀ, ਟੀਵੀ ਦੀ ਆਵਾਜ਼ ਬੰਦ ਕਰ ਦਿਓ ਤੁਸੀਂ। ਹੈਲੋ ਜੀ, ਰਵੀ ਕੁਮਾਰ ਜੀ ਮੈਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਰਵੀ ਕੁਮਾਰ ਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ, ਨਹੀਂ ਤੇ ਸਾਨੂੰ ਅਗਲੇ ਪਾਸੇ ਜਾਣਾ ਪਏਗਾ। ਅੱਛਾ ਜੀ, ਬੰਦ ਹੋ ਗਈ ਜੀ, ਤੇ ਇਸ ਕਰਕੇ ਫਿਰ ਪਤਾ ਨਹੀਂ ਲੱਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਅਸੀਂ ਤੁਹਾਨੂੰ ਵੈਸੇ ਹੀ ਫੋਨ ਕੀਤਾ ਜੀ, ਤੁਹਾਡੇ ਟੀਵੀ ਤੇ ਪ੍ਰੋਗਰਾਮ ਕਰਦਿਆਂ ਨੂੰ ਅਸੀਂ ਕਿਹਾ ਸਤਿ ਸ਼੍ਰੀ ਅਕਾਲ ਬੁਲਾ ਦਈਏ ਜੀ। ਚਲੋ, ਤੁਹਾਡੀ ਸਤਿ ਸ਼੍ਰੀ ਅਕਾਲ ਪ੍ਰਵਾਨ, ਕਾਪੀ ਟੂ ਆਲ। ਬਹੁਤ ਬਹੁਤ ਧੰਨਵਾਦ। ਸਮਾਂ ਹੈ ਇੱਕ ਬ੍ਰੇਕ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਬਹੁਤ ਬਹੁਤ ਧੰਨਵਾਦ। ਹਾਂਜੀ, ਇੱਕ ਬ੍ਰੇਕ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ, ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਵਕਫੇ ਦੇ ਬਾਅਦ ਅਸੀਂ ਗੱਲ ਕਰ ਰਹੇ ਸੀ ਪੰਥ ਦੇ ਉਹਨਾਂ ਮਤਿਆਂ ਦੀ, ਉਹਨਾਂ ਗੁਰਮਤਿਆਂ ਦੀ ਜਿਹੜੇ ਪੰਥ ਨੇ ਬਤੌਰੇ ਗੁਰੂ ਪੰਥ ਦੇ ਪਾਸ ਕੀਤੇ ਹਨ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਏ। ਜਿਹੜੀ ਗੱਲ ਕੀਤੀ ਗਈ ਹੈ ਕਿ ਜੇਕਰ ਕੋਈ ਅਗਰ ਅੰਮ੍ਰਿਤਧਾਰੀ ਹੋ ਕੇ ਅਗਰ ਗਲਤ ਕੰਮ ਕਰਦਾ ਹੈ, ਅਗਰ ਪਖੰਡ ਕਰਦਾ ਹੈ, ਤਾਂ ਉਸ ਦੇ ਬਾਰੇ ਗੁਰੂ ਸਾਹਿਬ ਦਾ ਆਦੇਸ਼ ਬਹੁਤ ਸਪਸ਼ਟ ਹੈ। ਉਹ ਭੇਖੀ ਹੈ, ਉਹ ਇਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕਿਸੇ ਖੋਤੇ ਦੇ ਸਿਰ ਦੇ ਉੱਤੇ ਫੁੱਲਾਂ ਦੀ ਮਾਲਾ ਹੈ। ਜੋ ਕਾਹੂ ਲੈ ਗਦਾ ਨਵਾਇਓ, ਫੂਲ ਮਾਲ ਤੇ ਮੂੜ ਦਰਾਇਓ। ਜੇਕਰ ਸਾਨੂੰ ਪਤਾ ਲੱਗ ਗਿਆ ਹੈ, ਅਸੀਂ ਉਸ ਦਾ ਹਵਾਲਾ ਕਿਉਂ ਦਿੰਦੇ ਹਾਂ? ਉਸ ਭੇਖੀ ਦਾ, ਉਸ ਬੇਈਮਾਨ ਦਾ ਹਵਾਲਾ ਕਿਉਂ ਦਿੰਦੇ ਹਾਂ? ਅਸੀਂ ਕਿਉਂ ਨਹੀਂ ਬਾਬਾ ਦੀਪ ਸਿੰਘ ਦਾ, ਬਾਬਾ ਗੁਰਬਖਸ਼ ਸਿੰਘ ਦਾ, ਅਕਾਲੀ ਫੂਲਾ ਸਿੰਘ ਦਾ, ਸਾਹਿਬਜ਼ਾਦਿਆਂ ਦਾ ਹਵਾਲਾ ਕਿਉਂ ਨਹੀਂ ਦਿੰਦੇ? ਅਸੀਂ ਤਾਂ ਇਸ ਕਰਕੇ ਤਾਂ ਨਹੀਂ ਦਿੰਦੇ ਕਿ ਸਾਨੂੰ ਉਸ ਰਾਸ ਨਹੀਂ ਆਉਂਦਾ। ਤੁਹਾਡੇ ਵਿਚਾਰ ਸਾਡੇ ਲਈ ਬਹੁਤ ਕੀਮਤੀ ਹਨ। ਅਸੀਂ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹੁੰਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਜੀ? ਮੈਂ ਬਲਵੀਰ ਸਿੰਘ ਬੋਲਦਾ ਜੀ, ਕਿੱਥੋਂ ਵੀਰ ਜੀ? ਇੱਥੋਂ ਨਿਊਯਾਰਕ ਤੋਂ ਜੀ। ਹਾਂਜੀ, ਹੁਕਮ ਕਰੋ ਬਲਬੀਰ ਸਿੰਘ ਜੀ। ਅਸੀਂ ਕੀ ਆ ਥੋੜਾ ਜਿਹਾ ਦੱਸਣਾ ਸੀ ਆਪਣਾ ਜੀ।
ਮੈਂ ਜੀ ਇਹ ਕੀ ਨਾ ਆਪਣਾ ਇਹ ਨਾ ਆਪਣਾ ਜਿਹੜਾ ਗੁਰਦੁਆਰੇ ਦੇ ਵਿੱਚ ਝਗੜਾ ਹੁੰਦਾ ਇਹ ਸਾਨੂੰ ਤਾਂ ਜੀ ਚੰਗਾ ਨਹੀਂ ਲੱਗਾ ਇਸ ਗੱਲ ਦਾ ਤਾਂ ਜੀ ਜੀ ਹਾਂਜੀ, ਕਿਸੇ ਨੂੰ ਵੀ ਨਹੀਂ ਚੰਗਾ ਲੱਗੇਗਾ ਵੀਰ ਜੀ, ਜਿਹੜਾ ਵੀ ਸਿੱਖ ਹੋਏਗਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਇਹ ਅਸੀਂ ਗੋਰਿਆਂ ਨਾਲ ਕੰਮ ਕਰਦੇ ਹਾਂ, ਉਹ ਵੀ ਦੇਖ ਕੇ ਕਹਿੰਦੇ ਆ ਵੀ ਇਹ ਬਹੁਤ ਮਾੜਾ ਕੰਮ ਆ। ਜੀ ਜੀ, ਤੁਸੀਂ ਟੀਵੀ ਦੀ ਆਵਾਜ਼ ਨਹੀਂ ਬੰਦ ਕੀਤੀ, ਸਾਨੂੰ ਟੈਲੀਫੋਨ ਕੱਟਣਾ ਪੈਣਾ। ਹੈਲੋ ਹੈਲੋ ਹੈਲੋ, ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਕੀ ਹਾਲ ਹੈ? ਵਸੀਮ ਸਾਹਿਬ ਕਿਆ ਜੀ, ਹਾਂਜੀ ਇੱਕ ਦਿਨ ਸਾਨੂੰ ਦੱਸੋ ਗੁਰੂ ਪੰਥ ਵਿੱਚ ਨਿਸ਼ਾਨ ਸਾਹਿਬ ਦੀ ਕੀ ਮੰਨਤਾ ਹੈ? ਜੀ ਜ਼ਰੂਰ ਕਰਾਂਗੇ ਜੀ। ਇਸ ਤੇ ਲਿਆਓ ਸਾਨੂੰ, ਜਿਹੜਾ ਇਸ ਤੇ ਚਾਨਣਾ ਪਾਓ ਕਿ ਜਿਸ ਕਰਕੇ ਸੰਗਤ ਨੂੰ ਇਹ ਪਤਾ ਲੱਗੇ ਕਿ ਨਿਸ਼ਾਨ ਸਾਹਿਬ ਦੀ ਕੀ ਮੰਨਤਾ ਹੈ। ਠੀਕ ਹੈ ਇਸ ਜੀ, ਕਿਸ ਤਰ੍ਹਾਂ ਇਸਤੇਮਾਲ ਕਰ ਰਹੇ हैं। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ, ਜ਼ਰੂਰ ਕਰਾਂਗੇ। ਅਸੀਂ ਨਿਸ਼ਾਨ ਸਾਹਿਬ ਦੇ ਉੱਤੇ ਬਿਲਕੁਲ ਇੱਕ ਵੱਖਰਾ ਕਰਾਂਗੇ। ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਜੋ ਬੋਲੇ ਸੋ ਹੋਵੇ ਨਿਹਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ, ਜੋ ਬੋਲੇ ਸੋ ਹੋਵੇ ਨਿਹਾਲ। ਅਸੀਂ ਜ਼ਰੂਰ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ ਹੈਲੋ, ਹਾਂਜੀ ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਫਤਿਹ, ਕੌਣ ਬੋਲ ਰਹੇ ਹੋ ਜੀ? ਮੈਂ ਜੀ ਸਮੀਪ ਸਿੰਘ ਬੋਲ ਰਿਹਾ ਡੇਟਨ। ਹਾਂਜੀ ਸਮੀਪ ਸਿੰਘ ਜੀ, ਕੀ ਹਾਲ ਹੈ ਤੁਹਾਡਾ? ਹਾਂਜੀ, ਠੀਕ ਠਾਕ। ਹਾਂਜੀ, ਹੁਕਮ ਕਰੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ ਹੈ। ਆਈ ਵਾਚ ਮੈਂ ਤੁਹਾਡਾ ਸਪੈਸ਼ਲੀ ਪ੍ਰੋਗਰਾਮ ਮੰਗਲਵਾਰ ਦੇਖੀਦਾ ਹੈ ਕਿ ਜਿਹੜਾ ਸਪੈਸ਼ਲੀ ਤੁਸੀਂ ਨੌਲੇਜ ਵਗੈਰਾ ਲਰਨ ਕਰਨ ਲਈ ਜੀ। ਸੈਕਿੰਡ ਥਿੰਗ, ਕਾਫੀ ਤੁਹਾਡੇ ਕਾਲ ਵੀ ਆਉਂਦੀਆਂ ਮੇਰੀ, ਕਾਫੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਸ ਤਰ੍ਹਾਂ ਰੈਫਰੈਂਸ ਦਿੱਤੀ ਹੈ ਕਿ ਹੁਕਮਨਾਮੇ ਇਸ ਤਰ੍ਹਾਂ ਲਿਖੇ ਗਏ ਨੇ, ਤੁਸੀਂ ਕਿਸੇ ਨੂੰ ਕਹਿ ਨਹੀਂ ਰਹੇ ਕਿ ਹਾਂ ਅੰਮ੍ਰਿਤਧਾਰੀ ਹੋਣੇ ਚਾਹੀਦੇ, ਕਿਸੇ ਦੇ ਫੋਰਸ ਨਹੀਂ ਕਰ ਰਹੇ ਕੋਈ ਪਾਲਿਸੀ। ਮੈਂ ਇਨਡਾਇਰੈਕਟਲੀ ਕਹਿ ਰਿਹਾ। ਹਾਂਜੀ, ਤੇ ਤੁਸੀਂ ਤੇ ਰੈਫਰ ਦੇ ਰਹੇ ਜੇ, ਤੇ ਜੇ ਕੋਈ ਫੋਲੋ ਨਹੀਂ ਕਰ ਰਿਹਾ ਕਿਸ ਤਰ੍ਹਾਂ ਹੋ ਰਿਹਾ ਹੈ। ਤੇ ਆਈ ਥਿੰਕ ਐਵਰੀਬਾਡੀ ਸ਼ੁੱਡ, ਸਾਰਿਆਂ ਨੂੰ ਚਾਹੀਦਾ ਕਿ ਤੁਹਾਡੇ ਜਿਹੜੇ ਇਹ ਸੁਜੈਸ਼ਨ ਜਿਹੜੇ ਤੁਸੀਂ ਪੁਰਾਣੀ ਹਿਸਟਰੀ ਦੱਸ ਰਹੇ ਜੇ, ਲੋਕ ਕਾਫੀ ਲੱਗਦਾ ਵਿਊਅਰਸ ਇਹ ਲੈ ਲੈਂਦੇ ਨੇ ਕਿ ਤੁਸੀਂ ਕਹਿ ਰਹੇ ਇਸ ਤਰ੍ਹਾਂ ਹੋਣਾ ਚਾਹੀਦਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਸੈਕਿੰਡ ਥਿੰਗ, ਹੋਪਫੁਲੀ ਫਿਊਚਰ ਵਿੱਚ ਥੋੜੀ ਰੈਵੋਲੂਸ਼ਨ ਜਾਂ ਜਿਸ ਤਰ੍ਹਾਂ ਆਏਗੀ ਰਿਫਾਰਮ ਦੇ ਸਾਰੇ ਜਿਹੜੇ ਅੰਮ੍ਰਿਤਧਾਰੀ ਸਿੰਘ ਜਾਂ ਕਿਸ ਤਰ੍ਹਾਂ ਵੀ ਹੈ ਸਾਰੇ ਜਾਣੇ ਜੀ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਦਾਨ ਕਰਨਗੇ। ਠੀਕ ਹੈ ਜੀ, ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਬਹੁਤ ਬਹੁਤ ਸਮੀਪ ਸਿੰਘ ਜੀ। ਹੈਲੋ ਹੈਲੋ ਹਾਂਜੀ ਹੈਲੋ ਲਾਂਬਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਪਾਲ ਬੋਲ ਰਿਹਾ ਜੀ, ਵਰਜੀਨੀਆ ਤੋਂ। ਹਾਂਜੀ ਪਾਲ ਜੀ, ਹੁਕਮ ਕਰੋ। ਕੀ ਗੱਲ ਤਾਂ ਜੀ, ਮੈਂ ਸੌਰੀ ਮੰਗੂਗਾ ਜੇ ਕੋਈ ਮੇਰੇ ਕੋਲੋਂ ਗਲਤ ਅਲਫਾਜ਼ ਨਿਕਲ ਜੇ। ਤੁਸੀਂ ਪਹਿਲਾਂ ਸੋਚ ਕੇ ਕੁਝ ਕਹਿ ਰਹੇ ਹੋ, ਖਾਸ ਗੱਲ ਕਹਿਣ ਲੱਗੇ ਹੋ? ਹਾਂਜੀ, ਮੈਂ ਬੜੀ ਦੇਰ ਤੋਂ ਸੁਣ ਰਿਹਾ, ਮੈਂ ਹੋਲਡ ਤੇ ਸੀਗਾ। ਹਾਂਜੀ, ਹੁਕਮ ਕਰੋ ਤੁਸੀਂ। ਤੇ ਮੈਂ ਬੇਨਤੀ ਇਹ ਕਰਨੀ ਆ ਕਿ ਮੇਰਾ ਸਵਾਲ ਇਹ ਆ ਕਿ ਤੁਸੀਂ ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਹੁਣ ਆਪਣੇ ਪੰਜਾਬ 'ਚ, ਮੈਂ ਇੱਥੇ ਦੀ ਨਹੀਂ ਗੱਲ ਕਰ ਰਿਹਾ, ਅੱਛਾ, ਕਿ ਜਿਹੜੇ ਹੁਣ ਗੁਰਦੁਆਰਿਆਂ ਦਾ ਹੋਲਡ ਆ ਜਾਂ ਜਿਹੜੇ ਉੱਥੇ ਗ੍ਰੰਥੀ ਸਾਹਿਬ ਨੇ ਜਾਂ ਪ੍ਰਬੰਧਕ ਨੇ, ਉਹ ਜਿਹੜੇ ਮਸਾਂਦੇ ਤੇ ਉਹ ਗੁਰਸਿੱਖ ਨੇ। ਹਾਂ, ਕੀ ਹੈਗੇ ਆ ਦੱਸੋ। ਉਹ ਮਸੰਦ ਨੇ ਤੇ ਸਿੱਖ ਨੇ। ਦੇਖੋ ਇਸ ਤਰ੍ਹਾਂ ਹੈਗਾ, ਮੈਂ ਬਹੁਤ ਸਪਸ਼ਟ ਤੌਰ ਦੇ ਉੱਤੇ ਕਹਾਂ, ਹਾਂਜੀ, ਬਹੁਤ ਜ਼ਿਆਦਾ ਗੁਰਮੁਖ ਜੀਵਨ ਵਾਲੇ ਹੈਗੇ ਹੈ, ਬਹੁਤ ਜ਼ਿਆਦਾ ਜਿਨ੍ਹਾਂ ਦਾ ਜੀਵਨ ਦਾ ਪ੍ਰਭਾਵ ਹੈ ਔਰ ਜਿਨ੍ਹਾਂ ਦਾ ਅਸਰ ਵੀ ਹੈ। ਬਾਕੀ ਅਸੀਂ ਜਨਰਲਾਈਜ਼ ਕਦੀ ਵੀ ਸਟੇਟਮੈਂਟ ਨਹੀਂ ਦੇ ਸਕਦੇ ਹੁੰਦੇ ਕਿ ਜੀ ਸਾਰੇ ਚੋਰ ਹੈ, ਸਾਰੇ ਬੇਈਮਾਨ ਹੈ, ਸਾਰੇ ਹੀ ਪੋਲੀਟੀਸ਼ੀਅਨ ਚੋਰ ਹੁੰਦੇ ਹੈ, ਕਦੀ ਵੀ ਜਨਰਲਾਈਜੇਸ਼ਨ ਨਹੀਂ ਹੁੰਦੀ। ਹਾਂ, ਜੇ ਕੋਈ ਵਿਸ਼ੇਸ਼ ਤੌਰ ਤੇ ਅਗਰ ਕਿਸੇ ਬਾਰੇ ਹੈ, ਫਿਰ ਉਹ ਹਵਾਲਾ ਦੇ ਕੇ ਉਹਨੂੰ ਲੁਕਾਉਣਾ ਵੀ ਨਹੀਂ ਚਾਹੀਦਾ, ਉਹਦਾ ਨਾਂ ਲੈ ਕੇ ਉਹਦੇ ਬਾਰੇ ਗੱਲ ਕਰਕੇ ਮਗਰ ਸਬੂਤ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਉਹਦੇ 'ਚ ਕੋਈ ਹਰਜ ਨਹੀਂ ਹੁੰਦਾ, ਪਰ ਜਨਰਲਾਈਜ਼ ਨਹੀਂ ਕਰਨੀ ਚਾਹੀਦੀ ਜੀ। ਕਿਉਂਕਿ ਮੇਰੇ ਨਾਲ ਸੈਕੰਡ ਟਾਈਮ ਹੈਪਨ ਹੋਇਆ ਕਿ ਮੈਂ ਅੱਜ ਤੋਂ 5-7 ਸਾਲ ਪਹਿਲਾਂ ਇੰਡੀਆ ਗਿਆ ਸੀ, ਉਦੋਂ ਹਰਮੰਦਰ ਸਾਹਿਬ ਮੈਂ ਗਿਆ ਸੀ। ਹਾਂਜੀ, ਹੁਣ ਵੀ ਮੈਂ ਹਰਮੰਦਰ ਸਾਹਿਬ ਵੀ ਗਿਆ, ਤਰਨਤਾਰਨ ਗਿਆ, ਸੁਲਤਾਨਪੁਰ ਗਿਆ, ਬੇਰ ਸਾਹਿਬ ਗੁਰਦੁਆਰਾ ਜੀ। ਮੇਰੇ ਫਰੈਂਡ ਵੀ ਨਿਊ ਆਪਣੇ ਜਰਮਨ ਤੋਂ ਗਏ ਹੋਏ ਸੀਗੇ ਜੀ। ਅਸੀਂ ਇਕੱਠੇ ਹੀ ਜਾਂਦੇ ਜਦੋਂ ਵੀ ਜਾਂਦੇ। ਹਾਂਜੀ ਹਾਂਜੀ, ਬੇਰ ਸਾਹਿਬ ਗੁਰਦੁਆਰੇ ਮੇਰੇ ਨਾਲ ਹੈਪਨ ਇਹ ਹੋਇਆ ਕਿ ਅਸੀਂ ਉੱਥੇ ਬੇਨਤੀ ਕੀਤੀ ਸਿੰਘ ਸਾਹਿਬ ਨੂੰ ਕਿ ਸਾਨੂੰ ਸਰੋਪਾ ਦਿੱਤਾ ਜਾਵੇ। ਅੱਛਾ, ਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਉਹਨਾਂ ਨੂੰ ਦਿੰਨੇ ਆ ਕਿ ਜਿਹੜੇ ਪੈਸੇ ਚੜਾਉਂਦੇ ਨੇ, ਜਿਹੜੇ ਕਿ ਉੱਥੇ ਮਾਇਆ ਦਾਨ ਕਰਦੇ ਨੇ। ਅੱਛਾ, ਤੇ ਅਸੀਂ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਗੁੱਲ ਕੀ ਪਾਇਆ। ਹਾਂਜੀ, ਕਿਉਂਕਿ ਜਿਹੜਾ ਬੰਦਾ ਜੇ ਯੂਐਸ ਤੋਂ ਜਾਂਦਾ ਜਾਂ ਜਰਮਨ ਤੋਂ ਜਾਂਦਾ, ਉਹਨੇ ਇੰਡੀਆ ਦੇ ਤੇ ਪੈਸੇ ਚੜਾਣੇ ਨਹੀਂ ਜਾਂ
50 ਰੁਪਏ ਜਾਂ 10 ਰੁਪਏ ਤੇ ਝਾਣੇ ਨਹੀਂ। ਦੇਖੋ ਇਹ ਬੜੀ ਮੈਨੂੰ ਕੁਐਸਚਨ ਕੀਤਾ ਕਿ ਜਿਹੜਾ ਬੰਦਾ ਜ਼ਿਆਦਾ ਪੈਸੇ ਗੋਲਕ ਚ ਪਾਏਗਾ ਸੀ ਉਹਨੂੰ ਦਿੰਨੇ ਆ। ਨਹੀਂ ਇਹ ਤੁਸੀਂ ਸਹੀ ਨਹੀਂ ਕਹਿ ਰਹੇ। ਜ਼ਿਆਦਾ ਪੈਸੇ ਦੀ ਗੱਲ ਨਹੀਂ, ਸਰੋਪੇ ਦੀ ਨੈਚੁਰਲੀ ਜਿਹੜਾ ਆਮ ਤੌਰ ਦੇ ਉੱਤੇ ਹੈਗਾ ਕਿ ਉਹਦੇ ਵਿੱਚ ਇੱਕ ਮਾਇਆ ਹਰ ਗੁਰਦੁਆਰੇ ਵਿੱਚ ਮੁਕਰਰ ਹੈ ਕਿ ਉਨੇ ਪੈਸੇ ਦੇਗਾ ਤੇ ਉਹਨੂੰ ਉਹ ਸਿਰੋਪਾ ਵੈਸੇ ਦਿੰਦੇ ਹੈ, ਨਹੀਂ ਤਾਂ ਪ੍ਰਸ਼ਾਦ ਤਾਂ ਹਰ ਇੱਕ ਨੂੰ ਮਿਲਦਾ ਹੈ। ਸੋ ਇਸ ਕਰਕੇ ਇਹਦੇ ਤੇ ਕੋਈ ਗਿਲਾ ਕਰਨ ਵਾਲੀ ਗੱਲ ਨਹੀਂ। ਜੇ ਤੁਸੀਂ ਚਾਹੁੰਦੇ ਹੋ ਇਹ ਨਿਯਮ ਵਿੱਚ ਤਬਦੀਲੀ ਹੋਏ ਤਾਂ ਤੁਸੀਂ ਸੁਜੈਸ਼ਨ ਭੇਜੋ ਕਿ ਜਿਹੜੀ ਵੀ ਸੰਗਤ ਆਏਗੀ ਹਰ ਕਿਸੇ ਨੂੰ ਸਿਰੋਪਾ ਦਿੱਤਾ ਜਾਏ, ਹਰ ਕਿਸੇ ਨੂੰ ਹੋਏ। ਇਹ ਫਿਰ ਕੀ ਇਹ ਵੀ ਸੰਭਵ ਹੈ? ਇਸ ਕਰਕੇ ਇਹਦੇ ਤੇ ਇਤਰਾਜ਼ ਨਹੀਂ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ ਮੈਂ ਗੱਲ ਕਰਨੀ ਸੀ ਜੀ। ਬੋਲੋ ਜੀ, ਤੁਸੀਂ ਲਾਈਨ ਤੇ ਹੋ, ਹੁਕਮ ਕਰੋ। ਕੌਣ ਬੋਲ ਰਹੇ? ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਸਿੰਘ ਮੰਜਰ ਬੋਲ ਰਿਹਾ। ਕਿੱਥੋਂ ਜੀ? ਰੀਜਨਲ ਤੋਂ। ਹਾਂਜੀ, ਹੁਕਮ ਕਰੋ। ਤੇ ਗੱਲ ਤਾਂ ਉਹਨਾਂ ਨਾਲ ਹੋ ਰਹੀ ਹੈ ਜੀ। ਮੈਂ ਬਿਲਕੁਲ ਗੁਰਚਰਨਜੀਤ ਸਿੰਘ ਲਾਂਬਾ ਹਾਜ਼ਰ ਹਾਂ ਜੀ, ਬਿਲਕੁਲ ਸਾਹਮਣੇ ਬੈਠਾ। ਹੁਕਮ ਕਰੋ ਤੁਸੀਂ। ਮੈਂ ਇਹੀ ਕਹਿਣਾ ਸੀ ਵੀ ਮੈਂ ਗੁਰਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ। ਹਾਂਜੀ। ਪਰ ਮੇਰੇ 'ਚ ਵੀ ਕਮਜ਼ੋਰੀ ਆ, ਮੇਰੇ ਵੀ ਦਾੜੀ ਕੇਸ ਕੱਟੇ ਹੋਏ ਨੇ। ਹਾਂਜੀ। ਤੇ ਇਸੇ ਤਰ੍ਹਾਂ ਹੀ ਹੋਰ ਆਪਣੇ ਬੜੇ ਭਰਾ ਨੇ, ਵੀਰ ਨੇ ਜੀ, ਇਹੀ ਸਵਾਲ ਉਠਾਉਂਦੇ ਨੇ ਜਿਨ੍ਹਾਂ ਕੋਲੇ ਮੇਰੇ ਨੂੰ ਕਮਜ਼ੋਰ ਨੇ ਉਹ। ਹਾਂਜੀ। ਪਰ ਉਹ ਕਹਿੰਦੇ ਆ ਜੀ ਸਿੱਖੀ ਅੰਦਰ ਚਾਹੀਦੀ ਹੈ, ਸਿੱਖੀ ਬਾਹਰ ਨਹੀਂ, ਬਾਹਰ ਤਾਂ ਲੋੜ ਹੀ ਨਹੀਂ। ਹਾਂਜੀ। ਪਰ ਮੈਂ ਉਹਨਾਂ ਨਾਲ ਇਸ ਗੱਲੋਂ ਸਹਿਮਤ ਨਹੀਂ ਹੁੰਦਾ। ਠੀਕ ਹੈ, ਚੰਗੀ ਗੱਲ ਹੈ। ਆਪਦੀ ਕਮਜ਼ੋਰੀ ਲੁਕਾਉਣ ਦੇ ਮਾਰੇ ਹਾਂਜੀ ਹਾਂਜੀ ਤੇ ਇਸ ਚੀਜ਼ ਦਾ ਆਸਰਾ ਲਈਏ। ਸਿੱਖੀ ਅੰਦਰ ਵੀ ਚਾਹੀਦੀ ਹੈ, ਸਿੱਖੀ ਬਾਹਰ ਵੀ ਚਾਹੀਦੀ। ਜੀ 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 ਠੀਕ ਹੈ। ਮੈਂ ਉਹਨਾਂ ਭਰਾਵਾਂ ਨੂੰ ਕਹੂੰਗਾ ਜਿਹੜੇ ਗੁਰਸਿੱਖ ਨੇ ਪਰ ਉਹਨਾਂ ਦੇ ਜਿਹੜੇ ਅੰਦਰ ਸਿੱਖੀ ਬਿਲਕੁਲ ਨਹੀਂ, ਉਹਨਾਂ ਨੂੰ ਦੇਖ ਕੇ ਤਕਲੀਫ ਜ਼ਰੂਰ ਹੁੰਦੀ ਆ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਉਹ ਜ਼ਿਆਦਾ ਖਰਾਬ ਹੈ। ਹਾਂਜੀ। ਉਹਨਾਂ ਨੂੰ ਦੇਖ ਕੇ ਅਸੀਂ ਆਪਦੀਆਂ ਕਮਜ਼ੋਰੀਆਂ ਨੂੰ ਲੁਕੋ ਨਹੀਂ ਸਕਦੇ। ਹਾਂਜੀ, ਠੀਕ ਹੈ। ਅਸੀਂ ਅਰਦਾਸ ਕਰ ਸਕਦੇ ਹਾਂ ਗੁਰੂ ਦੇ ਸਾਹਮਣੇ, ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ। ਹਾਂਜੀ। ਤੇ ਸਾਨੂੰ ਬਲ ਬਖਸ਼ੇ, ਅਸੀਂ ਮੁੜ ਕੇ ਫੇਰ ਸਿੱਖੀ ਚ ਰਲ ਸਕੀਏ। ਠੀਕ ਹੈ, ਠੀਕ ਹੈ। ਜਿਹੜੇ ਪ੍ਰਬੰਧ ਨੇ, ਪ੍ਰਬੰਧ ਆਪਣੇ ਇਸ ਤਰ੍ਹਾਂ ਦੀ ਗੱਲ ਦੇ ਨਾਲ ਠੀਕ ਆ, ਪਤਾ ਲੱਗਦਾ ਕਮਜ਼ੋਰੀਆਂ ਦਾ, ਪਰ ਆਪਣੇ ਇਹ ਬਹੁਤ ਜ਼ਿਆਦਾ ਗੱਲ ਵਿਗੜ ਚੁੱਕੀ ਆ ਜੀ। ਤੇ ਕਿਸੇ ਦੇ ਕੰਟਰੋਲ ਹੁਣ ਇਸ ਟਾਈਮ ਤਾਂ ਹੁੰਦੀ ਲੱਗਦੀ ਨਹੀਂ, ਪਰ ਫੇਰ ਵੀ ਕੋਸ਼ਿਸ਼ ਤੁਹਾਡੇ ਵਰਗੇ ਗੁਰਸਿੱਖ ਕੋਸ਼ਿਸ਼ ਜਾਰੀ ਰੱਖਣਗੇ ਤਾਂ ਹੋ ਸਕਦਾ ਕਿਸੇ ਟਾਈਮ ਪਰਮਾਤਮਾ ਠੀਕ ਹੈ ਮਿਹਰ ਕਰੇ। ਠੀਕ ਹੈ। ਭਾਈ ਨੰਦ ਲਾਲ ਜੀ ਨੇ ਇਹਦੇ ਬਾਰੇ ਨਾ ਬੜੀ ਸੋਹਣੀ ਗੱਲ ਕਹੀ ਹੈ ਕਿ ਉਹ ਕਹਿੰਦੇ ਇੱਕ ਦਿਹਾੜੇ ਸਤਿਗੁਰ ਪਾਸੋਂ ਪ੍ਰੇਮ ਸੁਰਾਹੀ ਪੀਤੀ, ਪਾਏ ਸਾਡੇ ਲਿਖੀ ਗਰੀਬੀ ਸੋ ਮਸਤਕ ਤਰ ਲੀਤੀ, ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਨੰਦ ਲਾਲਾ ਜੋ ਬੀਤੀ ਸੋ ਬੀਤੀ। ਕਿਸੇ ਵੀ ਸਮੇਂ ਕਦੀ ਵੀ ਦੇਰੀ ਨਹੀਂ, ਜਦੋਂ ਵੀ ਗੱਡੀ ਦੇ ਤੁਰਨ ਤੋਂ ਪਹਿਲਾਂ ਅਗਰ ਬੰਦਾ ਪਹੁੰਚ ਜਾਏ ਪਲੇਟਫਾਰਮ ਤੇ ਮੁਬਾਰਕ ਹੈ। ਹੁਣ ਅਖੀਰਲੀ ਕਾਲ ਲਵਾਂਗੇ। ਹਾਂਜੀ, ਕੌਣ ਬੋਲ ਰਹੇ ਜੀ? ਮੈਂ ਸਰਬਜੀਤ ਬੋਲ ਰਿਹਾ ਜੀ, ਵਰਜੀਨੀਆ ਤੋਂ। ਹਾਂਜੀ ਸਰਬਜੀਤ ਜੀ, ਹੁਕਮ ਕਰੋ। ਮੈਂ ਲਾਂਬਾ ਸਾਹਿਬ, ਮੈਂ ਪੁੱਛਣਾ ਸੀ ਕਿ ਤੁਸੀਂ ਵਾਂਸ ਯੂ ਐਕਸਪਲੇਨ ਕਿ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਉਹ ਪੀਲਾ ਹੋਣਾ ਚਾਹੀਦਾ ਹੈ ਜੀ। ਆਈ ਜਸਟ ਕਮ ਬੈਕ ਫਰਮ ਅੰਮ੍ਰਿਤਸਰ। ਉਹ ਕਹਿੰਦੇ ਨੇ ਕਿ ਉਹ ਜਿਹੜਾ ਹੈਗਾ ਕੀ ਕਹਿੰਦੇ ਉਹਨੂੰ, ਆਪਣਾ ਪੀਲਾ ਜਿਹੜਾ ਦੂਜਾ ਰੰਗ ਹੈਗਾ ਕੇਸਰੀ ਰੰਗ ਜੀ, ਕਹਿੰਦੇ ਨਹੀਂ ਉਹ ਹੋਣਾ ਚਾਹੀਦਾ ਜੀ। ਦੇਖੋ ਗੱਲ ਤੁਸੀਂ ਬਹੁਤ ਅੱਛੀ ਗੱਲ ਕਹੀ ਹੈ। ਮੈਂ ਬਹੁਤ ਸਪਸ਼ਟ ਕਰ ਦਿਆਂ, ਸਿੱਖ ਰਹਿਤ ਮਰਿਆਦਾ ਜਿਹੜੀ ਸਾਡੇ ਕੋਲ ਮੌਜੂਦ ਹੈ, ਜਿਹੜੀ ਸ਼ੁਰੂ ਤੋਂ ਚਲੀ ਆ ਰਹੀ ਹੈ, ਜਿਹੜਾ ਰੰਗ ਉਹਦੇ ਵਿੱਚ ਅੰਕਿਤ ਹੈ ਉਹ ਰੰਗ ਹੈ ਬਸੰਤੀ। ਬਸੰਤ ਰੰਗ ਜਿਹੜਾ ਹੈ, ਬਸੰਤ ਦੇ ਫੁੱਲਾਂ ਦਾ, ਜਿਵੇਂ ਸਰੋਂ ਦੇ ਫੁੱਲਾਂ ਦਾ ਹਲਕੇ ਪੀਲੇ ਫੁੱਲਾਂ ਦਾ ਰੰਗ ਹੁੰਦਾ, ਉਹ ਬਸੰਤੀ ਹੈ। ਕੇਸਰੀ ਰੰਗ ਜਿਹੜਾ ਹੈ ਉਹ ਭਗਵਾ ਜਾਂ ਕੇਸਰੀ ਤੋਂ ਹੁਣ ਭਗਵਾ ਹੋ ਗਿਆ। ਹਰਮੰਦਰ ਸਾਹਿਬ ਦੇ ਵਿੱਚ ਹੁਣ ਜਿਹੜਾ ਸਿਰੋਪਾ ਦਿੱਤੇ ਜਾ ਰਹੇ ਹਨ ਉਹ ਭਗਵੇ ਰੰਗ ਦੇ ਹਨ। ਭਗਵਾ ਰੰਗ ਉਹ ਵੈਰਾਗ ਦਾ, ਉਦਾਸੀਨਤਾ ਦਾ ਔਰ ਨਿਰਾਸ਼ਤਾ ਦਾ ਚਿੰਨ੍ਹ ਹੈ। ਬਸੰਤੀ ਰੰਗ ਜਿਹੜਾ ਹੈ, ਬਸੰਤ ਰਾਗ ਖੇੜੇ ਦਾ ਰੰਗ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਦਾ ਰੰਗ ਜਾਂ ਬਸੰਤੀ ਜਾਂ ਸੁਰਮਈ ਹੋਏ। ਸੁਰਮਈ ਰੰਗ ਹੈ, ਨੀਲਾ ਜਿਹੜਾ ਰੰਗ ਹੈ, ਜਿਹੜੇ ਨਿਹੰਗ ਸਿੰਘ ਵਰਤਦੇ ਹਨ ਉਹ ਨੀਲਾ ਹੈ। ਸੋ ਇਹ ਰੰਗ ਦੋ ਪ੍ਰਵਾਨ ਹਨ, ਬਾਕੀ ਹੋਰ ਕੋਈ ਰੰਗ ਨਹੀਂ। ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਨਾਲ ਗੱਲ ਹੋਈ ਸੀ, ਉਹਨਾਂ ਨੇ ਯਕੀਨ ਦਿਵਾਇਆ ਸੀ ਕਿ ਅਸੀਂ ਇਸ ਨੂੰ ਤਬਦੀਲ ਕਰਾਂਗੇ, ਇਸ ਨੂੰ ਚੇਂਜ ਕਰਾਂਗੇ।
ਪਰ ਕੀ ਕਾਰਨ ਹੈ, ਕਿਉਂ ਨਹੀਂ ਹੋ ਰਿਹਾ? ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਦੇ 2 ਨਿਸ਼ਾਨ ਸਾਹਿਬ, ਉਹ ਨਿਸ਼ਾਨ ਸਾਹਿਬ ਭਗਵੇ ਜਾਂ ਕੇਸਰੀ ਹੋ ਜਾਣ, ਇਹ ਸਾਡੇ ਲਈ ਬਹੁਤ ਹੀ ਇੱਕ ਅਫਸੋਸਨਾਕ ਗੱਲ ਹੈ। ਔਰ ਇਹ ਇਸ ਪ੍ਰੋਗਰਾਮ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਉਹ ਜ਼ਰੂਰ ਲਾਗੂ ਕੀਤਾ ਜਾਏ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ। ਤੁਸੀਂ ਸਾਨੂੰ ਈਮੇਲ ਕਰੋ info@justpunjabi.com ਜਾਂ lamba@justpunjabi.com। ਹੁਣ ਇਜਾਜ਼ਤ ਦਿਓ, ਇੱਕ ਪ੍ਰੋਗਰਾਮ ਲੈ ਕੇ ਅਗਲੇ ਮੰਗਲਵਾਰ ਨੂੰ ਫਿਰ ਹਾਜ਼ਰ ਹੋਵਾਂਗੇ ਸ਼ਾਮ ਨੂੰ 8:30 ਵਜੇ ਈਸਟਰਨ ਟਾਈਮ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।